ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਧਾਲੀਵਾਲ ਕਲਾਸਿਸ ਦੇ ਵਿੱਚ। ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਜੋ ਮਾਸਟਰ ਕੈਡਰ ਦੀਆਂ ਕਲਾਸਾਂ ਨੇ ਉਹਦੇ ਵਿੱਚ ਆਪਣੀਆਂ ਚੱਲ ਰਹੀਆਂ ਨੇ ਅਤੇ ਉਹਦੇ ਵਿੱਚ ਵਿਸ਼ੇਸ਼ ਆਪਾਂ ਜੋ ਕਹਾਣੀ ਦਾ ਕਨਸੈਪਟ ਹੈ ਉਸ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ। ਤਾਂ ਉਹਦੇ ਵਿੱਚ ਵੱਖ-ਵੱਖ ਕਹਾਣੀਕਾਰਾਂ ਦੀ ਆਪਾਂ ਗੱਲ ਕੀਤੀ ਹੈ ਅਤੇ ਅੱਜ ਦਾ ਆਪਣਾ ਵਿਸ਼ਾ ਹੈਗਾ ਜੀ ਕੁਲਵੰਤ ਸਿੰਘ ਵਿਰਕ। ਉਹਨਾਂ ਦੇ ਬਾਰੇ, ਉਹਨਾਂ ਦੇ ਜੀਵਨ ਦੇ ਥੋੜ੍ਹੀ ਬਹੁਤੀ ਗੱਲ ਕਰਾਂਗੇ ਅਤੇ ਇਸ ਤੋਂ ਇਲਾਵਾ ਮੇਨ ਆਪਣਾ ਫੋਕਸ ਰਹੇਗਾ ਜੀ ਉਹਨਾਂ ਦੀਆਂ ਕਹਾਣੀਆਂ ਕਿਹੜੀਆਂ-ਕਿਹੜੀਆਂ ਨੇ, ਕਹਾਣੀ ਸੰਗ੍ਰਹਿ ਕਿਹੜੇ-ਕਿਹੜੇ ਨੇ, ਕਹਾਣੀਆਂ ਦੇ ਕੁਛ ਵਿਸ਼ੇ ਨੇ ਜੀ ਜੋ ਉਹਨਾਂ ਦੀ ਆਪਾਂ ਗੱਲ ਕਰਾਂਗੇ ਕਿਹੜੇ-ਕਿਹੜੇ ਵਿਸ਼ਿਆਂ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਗਿਆ। ਜਾਂ ਕੋਈ ਪ੍ਰਸਿੱਧ ਕਹਾਣੀ ਹੈ ਤਾਂ ਉਸ ਦੀ ਆਪਾਂ ਗੱਲ ਕਰਾਂਗੇ ਕਿ ਕਿਹੜੀ ਕਹਾਣੀ ਨੂੰ ਜ਼ਿਆਦਾ ਪ੍ਰਸਿੱਧੀ ਮਿਲੀ ਹੈ ਅਤੇ ਕਿਉਂ ਮਿਲੀ ਹੈ, ਅਤੇ ਥੋੜ੍ਹੇ ਜਿਹੇ ਉਹਦੇ ਵਿਸ਼ੇ ਦੀ ਗੱਲ ਕਰਾਂਗੇ। ਅੱਜ ਦਾ ਆਪਣਾ ਟੌਪਿਕ ਹੈ ਜੀ ਕੁਲਵੰਤ ਸਿੰਘ ਵਿਰਕ ਜੀ। ਉਹਨਾਂ ਦਾ ਜੀਵਨ ਕਾਲ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ। ਜਨਮ 21 ਦੇ ਵਿੱਚ ਹੁੰਦਾ। ਮਾਤਾ ਦਾ ਨਾਂ ਸ਼੍ਰੀਮਤੀ ਈਸ਼ਰ ਕੌਰ ਅਤੇ ਪਿਤਾ ਦਾ ਨਾਂ ਜੀ ਸਰਦਾਰ ਆਸਾ ਸਿੰਘ ਦੇ ਘਰ ਹੁੰਦਾ ਜੀ। ਪਿੰਡ ਫੁੱਲਰਵਾਲ, ਸ਼ੇਖੂਪੁਰਾ ਜ਼ਿਲ੍ਹਾ ਜੀ। ਉਹਨਾਂ ਨੇ FC ਕਾਲਜ ਲਾਹੌਰ ਤੋਂ BA ਪਾਸ ਕੀਤੀ ਹੈ। ਉਸ ਤੋਂ ਇਲਾਵਾ ਜੀ ਆਪਾਂ MA ਦੀ ਗੱਲ ਕਰੀਏ ਤਾਂ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਉਹਨਾਂ ਨੇ ਕੀਤੀ ਹੈ। ਤਾਂ ਜਦੋਂ ਇਹ MA ਕਰਦੇ ਸੀ ਤਾਂ ਉਦੋਂ ਹੀ ਇਹਨਾਂ ਨੇ ਕਹਾਣੀ ਲਿਖਣੀ ਸ਼ੁਰੂ ਕੀਤੀ ਸੀਗੀ। ਇਹ ਯਾਦ ਰੱਖਿਓ ਜੀ, ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਜਦੋਂ MA ਕਰਦੇ ਸੀ, MA ਕਰਦੇ ਦੌਰਾਨ ਹੀ ਇਹਨਾਂ ਨੇ ਕਹਾਣੀ ਲਿਖਣੀ ਸ਼ੁਰੂ ਕੀਤੀ। ਉਹਨਾਂ ਨੇ ਜੀ ਫੌਜ ਦੇ ਵਿੱਚ ਵੀ ਕੰਮ ਕੀਤਾ ਜੀ, ਲੈਫਟੀਨੈਂਟ ਦੇ ਤੌਰ 'ਤੇ ਸ਼ਰਨਾਰਥੀਆਂ ਦੇ ਲਈ। ਜਦੋਂ ਜੀ ਆਪਣੀ ਵੰਡ ਹੋਈ ਹੈ ਭਾਰਤ ਅਤੇ ਪਾਕਿਸਤਾਨ ਦੀ, ਉਸ ਦੇ ਵਿੱਚ ਵੀ ਇਹਨਾਂ ਨੇ ਕਹਿ ਲਓ ਜੀ ਕੋਪਾ ਦੀ ਕਮਾਂਡਰ ਦੀ ਜੋਬ ਵੀ ਕੀਤੀ ਹੈ। ਉਹਨਾਂ ਨੇ ਕੁਛ ਜੋ ਪੰਜਾਬ ਦੇ ਪੱਤਰ ਕੱਢੇ ਨੇ, ਮਾਸਿਕ ਪੱਤਰ ਜਾਗਰਤੀ ਦੀ ਆਪਾਂ ਗੱਲ ਕਰੀਏ ਦੇ ਸੰਪਾਦਕ ਵੀ ਰਹੇ ਆ। ਇਸ ਤੋਂ ਬਾਅਦ ਜੀ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੇ ਕਰਮਚਾਰੀ ਵੀ ਰਹੇ ਆ। ਇਹ ਉਹਨਾਂ ਦੇ ਵੱਖ-ਵੱਖ ਅਹੁਦੇ ਨੇ, ਇਹਨਾਂ ਦੀ ਗੱਲਬਾਤ ਕਰ ਰਹੇ ਹਾਂ ਜੀ। ਇਸ ਤੋਂ ਇਲਾਵਾ ਜੀ ਫੌਜ ਦੇ ਵਿੱਚ ਅਫਸਰੀ ਤੋਂ ਇਲਾਵਾ ਜੀ ਪ੍ਰੈਸ ਦੀ ਆਪਾਂ ਇਨਫੋਰਮੇਸ਼ਨ, ਠੀਕ ਹੈ ਜੀ, ਗੱਲ ਹੀ ਕਰ ਚੁੱਕੇ ਹਾਂ ਕਿ ਉਹਦੇ ਅਫਸਰ ਵੀ ਰਹੇ ਆ, ਜੁਆਇੰਟ ਡਾਇਰੈਕਟਰ ਵੀ ਰਹੇ ਆ ਇਨਫੋਰਮੇਸ਼ਨ ਦੇ ਅਹੁਦੇ ਤੱਕ ਦੇ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ PA ਵੀ ਰਹੇ ਆ ਮੁੱਖ ਮੰਤਰੀ ਦੇ। ਉਸ ਤੋਂ ਇਲਾਵਾ ਜੀ ਆਪਾਂ ਜੋ ਰਸਾਲਿਆਂ ਦੀ ਉਹਨਾਂ ਦੇ ਸੰਪਾਦਕ ਦੇ ਤੌਰ 'ਤੇ ਕੰਮ ਕੀਤਾ ਜੀ, ਉਹ ਸੀਗੀ ਜਾਗਰਤੀ, ਐਡਵਾਂਸ ਅਤੇ ਵੀਰ ਭੂਮੀ। ਇਹ 3 ਰਸਾਲਿਆਂ ਦਾ ਜ਼ਿਕਰ ਮਿਲਦਾ ਕਿ ਜਿਨ੍ਹਾਂ ਦੀ ਉਹਨਾਂ ਨੇ ਸੰਪਾਦਨਾ ਕੀਤੀ ਹੈ। ਯਾਦ ਰੱਖਿਓ ਜੀ, ਜਾਗਰਤੀ, ਐਡਵਾਂਸ ਅਤੇ ਵੀਰ ਭੂਮੀ। ਉਹਨਾਂ ਦਾ ਵਿਆਹ ਹੁੰਦਾ ਜੀ ਕਰਮ ਸਿੰਘ ਗਰੇਵਾਲ ਦੀ ਲੜਕੀ ਹਰਬੰਸ ਕੌਰ ਦੇ ਨਾਲ। ਕਦੋਂ ਜੀ? ਆਜ਼ਾਦੀ ਤੋਂ 2 ਸਾਲ ਬਾਅਦ, 49 ਦੇ ਵਿੱਚ। ਤਾਂ ਇਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ 2 ਲੜਕੇ 3 ਲੜਕੀਆਂ, ਟੋਟਲ 5 ਜੀ, ਠੀਕ ਹੈ ਜੀ। ਤਾਂ ਉਹਨਾਂ ਦੇ ਲਿਖਣ ਦੇ ਕਹਿ ਲਓ ਜੀ ਵਿਰਕ ਦੀ ਆਪਾਂ ਵਿਧਾ ਦੀ ਗੱਲ ਕਰਦੇ, ਕਹਾਣੀ ਦੇ ਵਿੱਚ ਉਹਨਾਂ ਨੇ ਹੱਥ ਅਜ਼ਮਾਇਆ ਅਤੇ ਖੇਤਰ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਸਿੱਧੀ ਮਿਲੀ ਹੈ। ਅਜੀਤ ਕੌਰ ਨੇ ਤਾਂ ਇੱਥੋਂ ਤੱਕ ਉਹਨਾਂ ਨੂੰ ਕਿਹਾ ਹੋਇਆ ਜੀ ਕਹਾਣੀਆਂ ਦਾ ਬਾਦਸ਼ਾਹ। ਇਹ ਯਾਦ ਰੱਖਿਓ ਜੀ, ਅਜੀਤ ਕੌਰ ਨੇ ਕਿਹਾ ਜੀ ਉਹਨਾਂ ਨੂੰ ਕਹਾਣੀਆਂ ਦਾ ਬਾਦਸ਼ਾਹ। ਤਾਂ ਉਹਨਾਂ ਦੇ ਕਹਿ ਲਓ ਜੀ ਕਹਾਣੀਆਂ ਵਿੱਚ ਮਾਨਵਤਾ ਦੀ ਗੱਲ ਕੀਤੀ ਹੋਈ ਵੇਖਣ ਨੂੰ ਮਿਲਦੀ। ਮਨੁੱਖ ਦੇ ਕਹਿ ਲਓ ਜੀ ਆਸ਼ਾਵਾਦੀ ਨਜ਼ਰੀਏ ਨੂੰ ਉਹਨਾਂ ਨੇ ਆਪਦੀਆਂ ਕਹਾਣੀਆਂ ਦੇ ਵਿੱਚ ਪੇਸ਼ ਕੀਤਾ ਅਤੇ ਕਹਾਣੀਆਂ ਵਿੱਚ ਦੁਖਾਂਤ ਕਦੇ ਵੀ ਭਾਰੂ ਨਹੀਂ ਹੋਣ ਦਿੱਤਾ। ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਕਿਹਦੀ ਗੱਲ ਕੀਤੀ ਹੈ ਜੀ ਵਿਸ਼ੇ? ਦੇਸ਼ ਦੀ ਵੰਡ, ਕਾਮ ਤ੍ਰਿਪਤੀ, ਨਵੀਂ ਔਰਤ ਦਾ ਸੰਕਲਪ, ਕਿਸਾਨੀ ਜੀਵਨ, ਪੇਂਡੂ ਸੱਭਿਆਚਾਰ ਆਦਿ ਜਿਹੜੇ ਪੱਖ ਨੇ ਉਹ ਇਹਦੇ ਵਿੱਚ ਲੈ ਗਏ ਵੇਖਣ ਨੂੰ ਮਿਲਦੇ ਆ। ਉਹਨਾਂ ਦੇ ਸੰਗ੍ਰਹਿਾਂ ਦੇ ਬਾਰੇ ਗੱਲ ਕਰੀਏ ਜੀ, ਨਵੇਂ ਲੋਕ ਨੂੰ 69 ਦੇ ਵਿੱਚ ਪੰਜਾਬੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਉਹਨਾਂ ਦੀ ਮੌਤ ਦਸੰਬਰ ਦੇ ਵਿੱਚ ਹੁੰਦੀ ਹੈ ਜੀ, 24 ਦਸੰਬਰ 1987 ਨੂੰ ਕੈਨੇਡਾ ਦੇ ਵਿੱਚ। ਕੈਨੇਡਾ ਦਾ ਸ਼ਹਿਰ ਹੈ ਜੀ ਟੋਰਾਂਟੋ, ਉੱਥੇ ਉਹ ਜਿਹੜਾ ਹੈਗਾ ਜੀ ਉਹਨਾਂ ਐਕਸਪਾਇਰ ਹੁੰਦੇ ਨੇ। ਤਾਂ ਇਹ ਉਹਨਾਂ ਦਾ ਜ਼ਿੰਦਗੀ ਦਾ ਸਫ਼ਰ ਸੀ। ਉਹਨਾਂ ਦੇ ਕੁਛ ਥੋੜ੍ਹੇ ਪੱਖਾਂ ਦੀ ਗੱਲ ਕੀਤੀ ਹੈ ਕਿ ਉਹਨਾਂ ਦਾ ਜੀਵਨ ਸਟਾਰਟਿੰਗ ਕੀਤਾ, ਕਿਹੜੇ ਨੌਕਰੀਆਂ 'ਤੇ ਰਹੇ ਅਤੇ ਕਿਹੜੇ ਉਹਨਾਂ ਨੇ ਥੋੜ੍ਹੇ ਜਿਹੇ ਸੰਕਲਪ ਪੇਸ਼ ਕੀਤੇ ਆਪਦੇ ਕਹਾਣੀਆਂ 'ਚ। ਹੁਣ ਆਪਾਂ ਗੱਲ ਕਰਦੇ ਕੁਲਵੰਤ ਵਿਰਕ ਦੇ ਜੋ ਜੀ ਕਹਾਣੀ ਸੰਗ੍ਰਹਿ ਨੇ ਉਹਨਾਂ ਦੀ ਚਰਚਾ ਕਰਦੇ ਹਾਂ ਜੀ। ਉਹਨਾਂ ਦੇ ਕੁਛ 11 ਅੰਕ ਦੇ ਕਰੀਬ ਹੈਗੇ ਨੇ ਜੀ ਕਹਾਣੀ ਸੰਗ੍ਰਹਿ, ਉਹਨਾਂ ਦੀ ਚਰਚਾ ਕਰਾਂਗੇ। ਸਾਹ ਵੇਲਾ ਜੀ 1950 ਦੇ ਵਿੱਚ, ਧਰਤੀ 'ਤੇ ਆਕਾਸ਼ 51 ਦੇ ਵਿੱਚ, ਤੂੜੀ ਦੀ ਪੰਡ ਬਹੁਤ ਪ੍ਰਸਿੱਧ ਹੈ ਜੀ 54 ਦੇ ਵਿੱਚ, ਇਕਸ ਕੇ ਹੰਬਾ, ਠੀਕ ਹੈ ਜੀ, ਦੁੱਧ ਦਾ ਛੱਪੜ, ਉਦੋਂ ਬਾਅਦ ਦੁਆ ਦਸੀ 94 ਕਹਾਣੀਆਂ ਦਾ ਸੰਗ੍ਰਹਿ ਹੈ ਜੀ। ਗੋਲਾ 61 ਦੇ ਵਿੱਚ, ਵਿਰਕ ਦੀਆਂ ਕਹਾਣੀਆਂ 66 ਦੇ ਵਿੱਚ। ਤਾਂ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਜੀ ਨਵੇਂ ਲੋਕ 67 ਦੇ ਵਿੱਚ ਸ਼ਬਦ ਦੀ ਹੈ। ਇਸ ਤੋਂ ਬਾਅਦ ਅਤਸ
ਵਾਜੀ 94 ਕਹਾਣੀਆਂ ਦਾ ਸੰਗ੍ਰਹਿ ਹੈ ਜੀ। ਇਹ ਵੀ ਯਾਦ ਰੱਖੋ। ਮੇਰੀਆਂ ਸਾਰੀਆਂ ਕਹਾਣੀਆਂ 86 ਦੇ ਵਿੱਚ ਛਪਦੀਆਂ ਜੀ। ਇਹ ਉਹਨਾਂ ਦੇ ਕੁਝ ਸੰਗ੍ਰਹਿ ਨੇ ਜੀ ਜੋ ਕਹਾਣੀਆਂ ਦੇ ਬਾਰੇ ਜਾਣਕਾਰੀ ਦਿੰਦੇ ਆ, ਕਹਾਣੀਆਂ ਦੇ ਬਾਰੇ ਛਪੇ ਨੇ ਜੀ। 94 ਸੰਗ੍ਰਹਿਾਂ ਨੂੰ ਯਾਦ ਰੱਖਿਓ ਜੀ ਕਿਹੜੇ ਕਿਹੜੇ ਨੇ ਉਹਨਾਂ ਦੇ। ਅਤੇ ਸਾਰੀਆਂ ਕਹਾਣੀਆਂ ਦਾ ਸੰਗ੍ਰਹਿ ਕਦੋਂ ਛਪਿਆ ਇਹ ਥੋੜ੍ਹੀ ਜਿਹੀ ਡਿਟੇਲ ਯਾਦ ਰੱਖਿਓ। ਖਾਸ ਤੌਰ 'ਤੇ ਇਹਦੀ ਆਪਾਂ ਗੱਲ ਕਰਨੀ ਜ਼ਰੂਰੀ ਹੈ। ਉਪਰੋਕਤ ਕਹਾਣੀਆਂ ਦੇ ਵਿੱਚ ਉਹਨਾਂ ਨੂੰ ਕਹਿ ਲਓ ਜੀ ਨੋਬਲ ਪੁਰਸਕਾਰ ਵਿਜੇਤਾ ਜੀ ਅਰਨੈਟਸ ਦੀ ਆਪਾਂ ਗੱਲ ਕੀਤੀ ਆ। ਉਹਨਾਂ ਦੀ ਪੁਸਤਕ ਦੇ ਬਾਰੇ ਉਹਨਾਂ ਨੇ ਅਨੁਵਾਦ ਕੀਤਾ। ਸ਼ਾਸਤਰਾਂ ਤੋਂ ਵਿਦਾਇਗੀ ਇਹਦਾ ਸਿਰਲੇਖ ਰੱਖਿਆ ਸੀ। ਠੀਕ ਹੈ ਜੀ, ਇਹ ਨੋਟ ਕਰ ਲਿਓ ਜੀ। ਉਹਨਾਂ ਦੀ ਜੋ ਅਨੁਵਾਦ ਕੀਤੀ ਬੁੱਕ ਦਾ ਨਾਂ ਉਹ ਜ਼ਰੂਰ ਯਾਦ ਰੱਖਿਓ। ਅਤੇ ਕਿਹਨਾਂ ਦੀ ਬੁੱਕ ਹੈ, ਕਿਹੜੇ ਰਾਈਟਰ ਦੀ, ਉਸ ਦੀ ਆਪਾਂ ਗੱਲ ਕੀਤੀ ਆ। ਨੋਬਲ ਪੁਰਸਕਾਰ ਉਹਨਾਂ ਨੂੰ ਮਿਲਿਆ ਹੋਇਆ ਤਾਂ ਕਰਕੇ ਉਹਨਾਂ ਨੇ ਅਨੁਵਾਦ ਕੀਤਾ। ਪਹਿਲਾ ਕਹਾਣੀ ਸੰਗ੍ਰਹਿ ਹੈ ਜੀ, ਉਸ ਦੀ ਆਪਾਂ ਗੱਲ ਕਰੀਏ। ਸ਼ਾਹ ਵੇਲਾ, ਇਹਦੇ ਵਿੱਚ 17 ਕਹਾਣੀਆਂ ਸ਼ਾਮਲ ਨੇ ਜੀ। ਉਜਾੜ, ਮਾਸਟਰ ਭੋਲਾ ਰਾਮ, ਸ਼ਾਹ ਵੇਲਾ, ਪਰ ਨਾਰੀ, ਕਿਸੇ ਹੋਰ ਨੂੰ ਵੀ, ਭੁੱਖ, ਚਾਰ ਚਿੱਠੀਆਂ, ਟੱਕਰ, ਚੋਬੜ, ਸੁੰਦਰ, ਬੰਦ ਤਾਕੀਆਂ, ਮੁਕਤਸਰ, ਚਾਚਾ, ਗਜਰੇ, ਪਾਸੋ, ਲੱਖਾਂ ਕਰੋੜਾਂ ਰੁਪਈਆ, ਮੂਲੀ ਜਿੱਡੇ ਡੌਲੇ ਜੀ। ਮੂਲੀਆਂ ਦੇ ਅੱਗੇ ਆਪਾਂ ਗੱਲ ਕਰਦੇ ਹਾਂ, ਉਹਦੇ ਜਿੱਡੇ ਡੌਲਿਆਂ ਦੀ ਗੱਲ ਕੀਤੀ ਹੋਈ ਹੈ। ਇਸ ਤਰ੍ਹਾਂ ਜੋ ਕਹਾਣੀਆਂ ਨੇ ਜੀ ਕਿਹੜੇ ਸੰਗ੍ਰਹਿ ਦੇ ਵਿੱਚ ਸ਼ਾਮਲ ਹੈ ਜੀ, ਸ਼ਾਹ ਵੇਲਾ ਦੇ ਵਿੱਚ। ਉਸ ਦੇ ਵਿੱਚ ਵਿਸ਼ੇ ਕਿਸ ਤਰ੍ਹਾਂ ਨੇ ਜੀ, ਵਿਰਕਦੇ ਨੇ ਆਪਣੇ ਪਾਤਰਾਂ ਦੇ ਪ੍ਰਤੀ ਹਮਦਰਦੀ ਭਰੇ ਭਾਵ ਅਤੇ ਉਸ ਦੀ ਮਾਨਵਵਾਦੀ ਕਹਾਣੀਕਾਰ ਹੋਣ ਦੀ ਗਵਾਹੀ ਭਰਦਾ ਇਹ ਸੰਗ੍ਰਹਿ ਹੈ। ਹੁਣ ਆਪਾਂ ਕਹਾਣੀਆਂ ਦੇ ਵਿਸ਼ਿਆਂ ਦੀ ਗੱਲ ਕਰਦੇ ਹਾਂ ਜੀ ਥੋੜ੍ਹਾ ਜਿਹਾ। ਸ਼ਾਹ ਵੇਲਾ, ਇਸ ਦੀ ਗੱਲ ਕਰੀਏ ਜੀ। ਇਸ ਦੇ ਅੰਤਰਗਤ ਕੀ ਕਰਦੇ ਆ ਉਹ, ਕਹਾਣੀ ਦੇ ਵਿੱਚ ਕੀ ਪੇਸ਼ ਕੀਤਾ ਜੀ ਉਹਨਾਂ ਨੇ। ਇਹ ਕਹਾਣੀ ਉਹਨਾਂ ਨੇ ਸਟਾਰਟ ਕਦੋਂ ਕੀਤੀ ਸੀ? ਸੰਤ ਸਿੰਘ ਸੇਖੋਂ ਦੇ ਕਹਾਣੀ ਭੱਤਾ ਤੋਂ ਪ੍ਰਭਾਵਿਤ ਹੋ ਕੇ ਲਿਖੀ ਹੈ ਜੀ। ਇਹ ਯਾਦ ਰੱਖਣ ਵਾਲਾ ਪੁਆਇੰਟ ਹੈ ਜੀ, ਯਾਦ ਰੱਖਿਓ ਜੀ। ਪਹਿਲੀ ਕਹਾਣੀ ਦੀ ਆਪਾਂ ਗੱਲ ਕਰੀਏ ਤਾਂ ਉਹ ਸੰਤ ਸਿੰਘ ਸੇਖੋਂ ਦੀ ਜੋ ਕਹਾਣੀ ਸੀ ਭੱਤਾ, ਉਹ ਤੋਂ ਪ੍ਰਭਾਵਿਤ ਹੋ ਕੇ ਸ਼ਾਹ ਵੇਲਾ ਲਿਖੀ ਹੈ ਜੀ। ਪੇਂਡੂ ਜੀਵਨ ਦੀ ਝਲਕ ਵੇਖਣ ਨੂੰ ਮਿਲਦੀ ਹੈ ਜੀ। ਖੇਤਾਂ ਵਿੱਚ ਕੰਮ ਕਰਦੇ ਤੇਜੂ ਵਰਗੇ ਨੌਜਵਾਨਾਂ ਦੀ ਕਹਿ ਲਓ ਜੀ ਕਾਮਿਕ ਅਤ੍ਰਿਪਤੀ ਨੂੰ ਵੀ ਉਜਾਗਰ ਕਰਦੀ ਹੋਈ ਕਹਾਣੀ ਹੈ। ਇਸ ਨੂੰ ਅਹਿਸਾਸ ਕਰਾਉਂਦਾ ਸ਼ਾਹ ਵੇਲਾ ਲੈ ਕੇ ਆਉਂਦੀ ਹੋਈ ਕਰਤਾਰੀ ਸਦਕਾ ਹੁੰਦਾ ਹੈ। ਇਸ ਕਹਾਣੀ ਦੇ ਵਿੱਚ ਆਪਾਂ ਦੇਖਦੇ ਹਾਂ ਸ਼ਾਹ ਵੇਲਾ ਦੇ ਵਿੱਚ ਜੋ ਪਾਤਰ ਹੈ ਤੇਜੂ, ਉਸ ਦੀ ਪੇਸ਼ਕਾਰੀ ਕੀਤੀ ਹੋਈ ਹੈ। ਇੱਕ ਨੌਜਵਾਨ ਹੈ, ਉਸ ਦੀ ਜੋ ਕਾਮਿਕ ਅਤ੍ਰਿਪਤੀ ਹੈ ਉਸ ਨੂੰ ਉਜਾਗਰ ਕੀਤਾ। ਕਿਸਾਨੀ ਜੀਵਨ ਨੂੰ ਪੇਸ਼ ਕੀਤਾ, ਖੇਤਾਂ ਦਾ ਦ੍ਰਿਸ਼ ਹੈ। ਅਤੇ ਉਹਦੀ ਜਿਹੜਾ ਦੂਸਰਾ ਪਾਤਰ ਹੈ ਜੀ ਕਰਤਾਰੀ ਨੂੰ ਵੀ ਇਸ ਦੇ ਵਿੱਚ ਪੇਸ਼ ਕੀਤਾ ਹੋਇਆ ਵੇਖਣ ਨੂੰ। ਚਾਚਾ ਕਹਾਣੀ ਹੈ ਜੀ ਜੋ ਬਹੁਤ ਪ੍ਰਸਿੱਧ ਹੈ ਜੀ, ਸ਼ਾਹ ਵੇਲਾ ਸੰਗ੍ਰਹਿ ਦੇ ਵਿੱਚ ਸ਼ਾਮਲ ਹੈ। ਪਹਿਲਾਂ ਕਦੋਂ ਛਪੀ ਸੀ? 1944 ਦੇ ਵਿੱਚ। ਕਾਮ ਦੀ ਜੋ ਤ੍ਰਿਪਤੀ ਦੇ ਨਾਲ ਮਨੁੱਖ ਦੇ ਜੋ ਪ੍ਰਭਾਵ ਨੇ ਉਲੀਕੇ ਗਏ ਜ਼ਿੰਦਗੀ ਵਿੱਚ, ਕਾਮ ਦੀ ਇੱਛਾ ਹੈਗੀ ਆ, ਉਸ ਨੂੰ ਸੁਭਾਵਿਕ ਪੂਰਤੀ ਦੇ ਲਈ ਜੋ ਆਵਾਜ਼ ਉੱਠਦੀ ਹੈ ਉਸ ਨੂੰ ਪੇਸ਼ ਕੀਤਾ ਜੀ। ਚਾਚਾ ਇੱਕ ਕਹਾਣੀ ਹੈ ਜੀ, ਸ਼ਾਹ ਵੇਲਾ ਦੇ ਵਿੱਚ ਪਹਿਲਾਂ 44 ਦੇ ਵਿੱਚ ਛਪੀ ਸੀ, ਫਿਰ ਇਸ ਨੂੰ ਸੰਗ੍ਰਹਿ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸ ਦੇ ਵਿੱਚ ਜੋ ਮਨੁੱਖ ਦੀ ਜੋ ਕਾਮਿਕ ਤ੍ਰਿਪਤੀ ਹੈ ਜੀ ਉਸ ਨੂੰ ਪੇਸ਼ ਕਰਦੀ ਹੋਈ ਕਹਾਣੀ ਹੈ। ਜ਼ਿੰਦਗੀ ਦੇ ਵਿੱਚ ਉਹਦੀ ਇੱਛਾ ਰੱਖਦੇ ਹੋਏ ਸੁਭਾਵਿਕ ਰੂਪ ਵਿੱਚ ਉਹਦੀ ਜੋ ਆਵਾਜ਼ ਉੱਠਦੀ ਹੈ ਜੀ ਉਹਦੀ ਪੂਰਤੀ ਦੇ ਲਈ, ਕਾਮਿਕ ਇੱਛਾ ਦੀ ਪੂਰਤੀ ਦੇ ਲਈ ਉਸ ਨੂੰ ਪੇਸ਼ ਕੀਤਾ ਹੋਇਆ ਗਾ। ਉਪਰੋਕਤ ਦੋਹਾਂ ਕਹਾਣੀਆਂ ਦੇ ਵਿੱਚ ਕਹਿ ਲਓ ਜੀ ਜਿੱਥੇ ਮਾਨਵਵਾਦ ਦੇ ਅੰਸ਼ ਮਿਲਦੇ ਨੇ, ਉੱਥੇ ਜਵਾਨੀ ਦੇ ਕਹਿ ਲਓ ਜੀ ਅਤ੍ਰਿਪਤ ਭਾਵ ਵੀ ਝਲਕਦੇ ਆ। ਕਿਹੜੀਆਂ ਕਿਹੜੀਆਂ ਕਹਾਣੀਆਂ ਜੀ, ਦੋਨਾਂ ਦਾ ਜ਼ਿਕਰ ਕੀਤਾ ਜੀ ਆਪਾਂ। ਕਿਹੜੀ ਕਿਹੜੀ ਜੀ? ਸ਼ਾਹ ਵੇਲਾ ਅਤੇ ਚਾਚਾ, ਦੋਨਾਂ ਦੇ ਵਿੱਚ ਮਾਨਵਵਾਦੀ ਅੰਸ਼ ਵੀ ਹੈ ਅਤੇ ਜੋ ਜਵਾਨੀ ਦੇ ਅੰਸ਼ ਅਤੇ ਅਤ੍ਰਿਪਤ ਜੋ ਉਹਦੀਆਂ ਭਾਵਨਾਵਾਂ ਨੇ ਉਹਨਾਂ ਦੀ ਵੀ ਗੱਲ ਕੀਤੀ ਹੈ। ਇਸ ਤੋਂ ਬਾਅਦ ਆਪਾਂ ਅਗਲੀ ਕਹਾਣੀ ਦੀ ਗੱਲ ਕਰੀਏ ਜੀ, ਮਾਸਟਰ ਭੋਲਾ ਰਾਮ। ਇਹਦੇ ਵਿੱਚ ਜੀ ਇੱਕ ਅਜਿਹੇ ਮਾਸਟਰ ਦੀ ਮਨੋਦਸ਼ਾ ਨੂੰ ਬਿਆਨ ਕਰਦੀ ਕਹਾਣੀ ਹੈ ਜਿਸ ਨੂੰ ਮੌਜੂਦਾ ਆਰਥਿਕ ਕਹਿ ਲਓ ਜੀ ਸਮਾਜਿਕ ਢਾਂਚੇ ਦੇ ਵਿੱਚ ਹਰ ਸਮੇਂ ਨੌਕਰੀ ਖੁੱਸ ਜਾਣ ਦਾ ਡਰ ਹੈ। ਇਹ ਇੱਕ ਇਸ ਤਰ੍ਹਾਂ ਦੀ ਕਹਾਣੀ ਕਹਿ ਸਕਦੇ ਹਾਂ ਜੀ ਮਾਸਟਰ ਭੋਲਾ ਰਾਮ ਦੀ, ਜੋ ਆਪਦੀ ਨੌਕਰੀ ਉਹਨੂੰ ਡਰ ਹਮੇਸ਼ਾ ਹੀ ਉਹਦੇ ਮਨ ਦੇ ਵਿੱਚ ਰਹਿੰਦਾ ਕਿ ਕਿਸੇ ਨਾ ਕਿਸੇ ਸਮੇਂ ਉਹਦੀ ਨੌਕਰੀ ਉਹਦੇ ਤੋਂ ਖੁੱਸ ਜਾਵੇਗੀ, ਭਾਵ ਉਹਦੇ ਤੋਂ ਖੋਹ ਲਈ ਜਾਵੇਗੀ ਸਮਾਜਿਕ ਢਾਂਚੇ ਵਿੱਚ। ਅਗਲੀ ਕਹਾਣੀ ਦੀ ਗੱਲ ਕਰੀਏ ਜੀ, ਉਜਾੜ। ਇਸ ਕਹਾਣੀ ਵਿੱਚ ਕਹਿ ਲਓ ਜੀ ਵਿਕਾਸ ਦੇ ਕਾਰਨ ਬਦਲਦੇ ਰਾਹਾਂ ਨਾਲ ਜੋ ਬਰਾਦਰੀ ਅਤੇ ਲੋਕਾਂ ਦੇ ਆਪਸੀ ਸੰਬੰਧਾਂ ਵਿੱਚ ਭਾਈਚਾਰੇ ਅਤੇ ਮਿਲਵਰਤਨ ਦੇ ਆ ਰਹੇ ਬਦਲਾਵ ਨੂੰ ਪੇਸ਼ ਕਰਦੀ ਹੈ ਜੀ। ਇਹਦੇ ਵਿੱਚ ਕਹਾਣੀ ਵਿੱਚ ਆਲਾ ਸਿੰਘ ਅਜਿਹਾ ਪਾਤਰ ਹੈ ਜੀ ਜੋ ਜਨਜੀਵਨ ਦੇ ਵਿਕਾਸ ਦੇ ਨਾਂ ਉੱਪਰ
ਉੱਤੇ ਬਦਲ ਰਿਹਾ ਗਿਆ। ਸਮਾਜਿਕ ਢਾਂਚਾ ਕਾਫੀ ਪਰਿਵਰਤਨ ਕਰਦਾ ਜੀ। ਸ਼ਾਹ ਵੇਲਾ ਕਹਾਣੀ ਸੰਗ੍ਰਹਿ ਵਿੱਚ ਆਪਾਂ ਲਗਭਗ ਸਾਰੀਆਂ ਕਹਾਣੀਆਂ ਦੇ ਵਿੱਚ ਮਾਨਵਵਾਦੀ ਸੁਭਾਅ ਨੂੰ ਪੇਸ਼ ਕੀਤਾ ਜੀ ਵਿਰਕ ਨੇ। ਉਜਾੜ ਦੀ ਆਪਾਂ ਗੱਲ ਕਰੀਏ ਜੀ, ਇਹ ਮਨੁੱਖ ਦਾ ਜੋ ਵਿਕਾਸ ਹੋ ਰਿਹਾ ਜੀ, ਜੋ ਬਰਾਦਰੀ ਦੇ ਵਿੱਚ ਲੋਕਾਂ ਦੇ ਵਿੱਚ ਆਪਸੀ ਸੰਬੰਧ ਬਣ ਰਹੇ ਨੇ, ਜੋ ਲੜਾਈਆਂ ਘਟ ਰਹੀਆਂ ਨੇ, ਭਾਈਚਾਰੇ ਦੀ ਭਾਵਨਾ ਵੱਧ ਰਹੀ ਹੈ, ਮਿਲਵਰਤਨ ਵੱਧ ਰਿਹਾ ਜੀ, ਉਸ ਬਦਲਾਵ ਨੂੰ ਪੇਸ਼ ਕੀਤਾ ਗਿਆ ਇਸ ਕਹਾਣੀ ਦੇ ਵਿੱਚ। ਅਤੇ ਪਾਤਰ ਕੌਣ ਹੈ ਜੀ? ਆਲਾ ਸਿੰਘ, ਜੋ ਜਨ ਜੀਵਨ ਦੇ ਵਿਕਾਸ ਦੇ ਨਾਂ 'ਤੇ ਬਦਲ ਰਿਹਾ ਜੀ, ਸਮਾਜਿਕ ਢਾਂਚੇ ਦੇ ਵਿੱਚ ਚੇਂਜ ਆ ਰਿਹਾ ਹੈਗਾ, ਉਸ ਦੀ ਗੱਲ ਕਰਦਾ ਜੀ। ਜਦੋਂ ਆਪਾਂ ਪੂਰੇ ਸੰਗ੍ਰਹਿ ਦੀ ਗੱਲ ਕਰਦੇ ਹਾਂ ਜੀ, ਕਹਾਣੀ ਸੰਗ੍ਰਹਿ ਸ਼ਾਹ ਵੇਲਾ ਦੀ, ਉਹਦੇ ਵਿੱਚ ਵਿਰਕ ਨੇ ਕੀ ਕੀਤਾ ਜੀ? ਮਾਨਵਵਾਦੀ ਸੁਭਾਅ ਨੂੰ ਪੇਸ਼ ਕੀਤਾ ਜੀ। ਇਹ ਪਹਿਲੇ ਸੰਗ੍ਰਹਿ ਦੀ ਥੋੜ੍ਹੀ ਜਿਹੀ ਚਰਚਾ ਸੀ। ਉਸ ਤੋਂ ਬਾਅਦ ਅਗਲੀ ਗੱਲ ਕਰਦੇ ਹਾਂ। ਧਰਤੀ ਅਤੇ ਆਕਾਸ਼ ਕਹਾਣੀ ਸੰਗ੍ਰਹਿ ਹੈ ਜੀ। ਇਹਦੇ ਵਿੱਚ 13 ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਨੇ। 51 ਦੇ ਵਿੱਚ ਸ਼ਬਦ ਆ: ਖੱਬਲ, ਨਵੀਂ ਦੁਨੀਆ, ਮੁਰਦੇ ਦੀ ਤਾਕਤ, ਓਪਰੀ ਧਰਤੀ, ਰਣਵੀਰ ਕੌਰ, ਉਲਾਂਭਾ ਜਿਹਨੂੰ ਆਪਾਂ ਲਾਂਭਾ ਬੋਲਦੇ ਨੇ, ਮਾਂ, ਬਗਾਵਤ, ਹੱਸਦਾ ਬੁੱਤ, ਤੂੰ ਹੀ ਦੱਸ, ਕੁੱਤਾ ਅਤੇ ਹੱਡੀ, ਧਰਤੀ ਅਤੇ ਆਕਾਸ਼, ਨਿੱਕੀ ਕਹਾਣੀ ਦੇ ਬਾਰੇ ਜੋ ਉਹਨਾਂ ਨੇ ਵਿਚਾਰ ਵਿਅਕਤ ਕੀਤੇ ਨੇ। ਇਹ 13 ਕਹਾਣੀਆਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਤਾਂ ਉਹਦੇ ਵਿੱਚੋਂ ਆਪਾਂ ਗੱਲ ਕਰਦੇ ਹਾਂ ਜੀ ਧਰਤੀ ਅਤੇ ਆਕਾਸ਼, ਜੋ ਪ੍ਰਸਿੱਧ ਕਹਾਣੀ ਹੈ। ਇਸ ਵੇਲੇ 'ਚ ਕੀ ਪੇਸ਼ ਕੀਤਾ ਜੀ? ਧਰਤੀ ਅਤੇ ਆਕਾਸ਼ ਜੋ ਨੇ ਜੀ, ਸ਼ੰਮੀ ਜੋ ਪਾਤਰ ਹੈ ਜੀ, ਜੋ ਔਰਤ ਦੇ ਮਨੋਭਾਵਾਂ ਨੂੰ ਪੇਸ਼ ਕਰਦੀ ਹੈ, ਬੇਹੱਦ ਕਹਿ ਲਓ ਜੀ ਖੂਬਸੂਰਤ ਕਹਾਣੀ ਹੈ। ਉਸ ਦਾ ਮੰਨਣਾ ਹੈ ਕਿ ਜੇ ਪਰਮਾਤਮਾ ਨੇ ਉਸ ਨੂੰ ਖੂਬਸੂਰਤ ਬਣਾਇਆ ਹੈ ਤਾਂ ਉਸ ਵਿੱਚ ਕੁਝ ਖਾਸ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਔਰਤ ਦੇ ਕੁਝ ਕਰਕੇ ਦਿਖਾਉਣ ਦੇ ਹੌਸਲੇ ਨੂੰ ਵੀ ਬਿਆਨ ਕਰਦੀ ਹੈ। ਧਰਤੀ ਅਤੇ ਆਕਾਸ਼ ਕਹਾਣੀ ਦੀ ਆਪਾਂ ਗੱਲ ਕਰੀਏ ਜੀ, ਇਹਦੇ ਵਿੱਚ ਜੋ ਪਾਤਰ ਹੈ ਉਹਦੇ ਮਨੋਭਾਵਾਂ ਨੂੰ ਪੇਸ਼ ਕੀਤਾ। ਉਹ ਕਹਿੰਦੇ ਜੇਕਰ ਉਸ ਨੂੰ ਖੂਬਸੂਰਤ ਬਣਾਇਆ ਤਾਂ ਉਹਦੇ ਵਿੱਚ ਕੋਈ ਨਾ ਕੋਈ ਖਾਸ ਗੱਲ ਹੋਣੀ ਚਾਹੀਦੀ ਆ। ਕਿਸ ਤਰ੍ਹਾਂ ਦੀ ਖਾਸ ਗੱਲ? ਕਿ ਲੋਕਾਂ ਨੂੰ ਪ੍ਰਭਾਵਿਤ ਕਰੇ। ਠੀਕ ਹੈ। ਤਾਂ ਇਹ ਦੂਸਰਾ ਕੀ ਉਹਦੇ ਵਿੱਚ ਖਾਸ ਕੀ ਹੋਣਾ ਚਾਹੀਦਾ? ਉਹਦੇ ਵਿੱਚ ਹੌਸਲਾ, ਕਿ ਕੁਛ ਕਰਕੇ ਦਿਖਾਉਣ ਦਾ, ਕੁਛ ਨਵਾਂ ਕਰਨ ਦਾ ਜਨੂੰਨ ਹੈ ਉਹਦੇ ਵਿੱਚ। ਇਸ ਤਰ੍ਹਾਂ ਦੀ ਉਹ ਪਾਤਰ ਦੀ ਕਹਾਣੀ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਓਪਰੀ ਧਰਤੀ ਦੀ ਆਪਾਂ ਗੱਲ ਕਰੀਏ ਜੀ ਕਹਾਣੀ ਦੇ ਵਿੱਚ, ਇਸ ਵਿੱਚ ਧਰਤੀ ਦਾ ਹੇਜ਼ ਦਿਖਾਇਆ ਜੀ, ਨਾਂ ਤੋਂ ਹੀ ਪਤਾ ਲੱਗਦਾ। ਇਸ ਓਪਰੀ ਧਰਤੀ ਦੀ ਮਾਰ ਨੂੰ ਬਿਆਨ ਕੀਤਾ ਗਾ। ਕਹਾਣੀ ਦਾ ਪਾਤਰ ਹਜ਼ਾਰਾ ਸਿੰਘ ਹੈ ਜੋ ਇੱਕ ਚੋਰ ਸੀ। ਹੁਣ ਵੀ ਪਾਕਿਸਤਾਨ ਬਣਨ ਦੇ ਮਗਰੋਂ ਧਰਤੀ ਦਾ ਹੇਜ਼ ਉਸ ਨੂੰ ਸਤਾਉਂਦਾ ਹੈਗਾ। ਇਹ ਵਿਅਕਤੀ ਆਪਣੀ ਜਨਮ ਭੂਮੀ ਨਾਲ ਜੁੜੇ ਭਾਵਕ ਸੰਬੰਧਾਂ ਤੋਂ ਉਪਜੇ ਦੁਖਾਂਤ ਨੂੰ ਪੇਸ਼ ਕਰਦਾ ਗਾ। ਓਪਰੀ ਧਰਤੀ ਦੀ ਆਪਾਂ ਗੱਲ ਕਰਦੇ ਹਾਂ ਜੀ, ਇਹ ਵੰਡ ਦੇ ਨਾਲ ਸੰਬੰਧਿਤ ਹੋ ਗਈ ਕਿ ਜਦੋਂ ਉਹ ਕਿੱਥੇ ਰਹਿੰਦੇ ਸੀ? ਪਾਕਿਸਤਾਨ ਦੇ ਵਿੱਚ। ਜਦੋਂ ਇਹ ਬਣ ਜਾਂਦਾ ਭਾਵ ਇੰਡੀਆ ਬਣ ਜਾਂਦਾ ਤਾਂ ਉਹਨੂੰ ਉਹ ਯਾਦ ਸਤਾਉਂਦੀ ਹੈ। ਪਹਿਲਾਂ ਕੀ ਕੰਮ ਕਰਦਾ ਸੀ? ਚੋਰ। ਠੀਕ ਹੈ ਜੀ। ਪਾਕਿਸਤਾਨ ਬਣਨ ਦੇ ਮਗਰੋਂ ਜੀ ਉਹਨੂੰ ਸਤਾਉਂਦੀ ਰਹਿੰਦੀ ਹੈ ਥਾਂ, ਕਿਉਂਕਿ ਉੱਥੇ ਜਾ ਨਹੀਂ ਸਕਦਾ। ਉਹਦੀਆਂ ਭਾਵਕ ਜੋ ਸੰਬੰਧਾਂ ਦੀ ਗੱਲ ਉਪਜਿਆ, ਜੋ ਦੁਖਾਂਤ ਹੈ, ਉਸ ਨੂੰ ਸਤਾਉਂਦਾ ਰਹਿੰਦਾ। ਆਪਣੀ ਜਗ੍ਹਾ ਦਾ ਜਿੱਥੇ ਜੰਮਿਆ ਪਲਿਆ ਉਸ ਦੀ ਯਾਦ ਉਹਨੂੰ ਹਮੇਸ਼ਾ ਸਤਾਉਂਦੀ ਰਹਿੰਦੀ ਆ। ਉਹ ਦੁਖਾਂਤ ਨੂੰ ਪੇਸ਼ ਕੀਤਾ। ਖੱਬਲ ਦੀ ਗੱਲ ਕੀਤੀ ਹੈ ਜੀ। ਖੱਬਲ ਕਹਾਣੀ ਬਹੁਤ ਪ੍ਰਸਿੱਧ ਹੈ ਜੀ, ਦੇਸ਼ ਦੀ ਵੰਡ ਨਾਲ ਸੰਬੰਧਿਤ ਹੈ। ਠੀਕ ਹੈ ਜੀ। ਇਹ ਸਭ ਤੋਂ ਕਹਿ ਲਓ ਜੀ ਉਹ ਵਿਰਕ ਦੀ ਬੈਸਟ ਸਰਵਸ਼੍ਰੇਸ਼ਟ ਕਹਾਣੀ ਹੈ। ਤਾਂ ਇਹ ਦੱਸਦੀ ਹੈ ਵੀ ਕਿੰਨੀ ਵੀ ਤਬਾਹੀ ਹੋ ਜਾਵੇ, ਮਨੁੱਖ ਦੇ ਅੰਦਰ ਜਿਉਣ ਦੀ ਆਸ ਕਦੇ ਖਤਮ ਨਹੀਂ ਹੁੰਦੀ। ਠੀਕ ਉਸੇ ਤਰ੍ਹਾਂ ਧਰਤੀ ਦੇ ਵਿੱਚ ਵੀ ਖੱਬਲ ਨੇ ਉੱਗਣੋਂ ਨਹੀਂ ਹਟਦਾ। ਕਿ ਕਹਿੰਦੇ ਇਨਸਾਨ ਦੇ ਵਿੱਚ ਆਸ ਹਮੇਸ਼ਾ ਰਹਿੰਦੀ ਹੈ। ਆਪਣੇ ਦੇ ਬਾਰੇ ਤਾਂ ਖਾਸ ਤੌਰ 'ਤੇ ਪੰਜਾਬ ਬਾਰੇ ਕਿਹਾ ਗਾ। ਜਿੰਨੀ ਵਾਰ ਵੀ ਲੜਾਈਆਂ ਹੋਈਆਂ ਨੇ ਉਸ ਤੋਂ ਬਾਅਦ ਫਿਰ ਪੰਜਾਬੀਆਂ ਨੇ ਜਿਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਦੇ ਇਸ ਕਹਾਣੀ ਵਿੱਚ ਖੱਬਲ ਦੇ ਵਿੱਚ ਮਿਲਦਾ ਦੇਸ਼ ਦੀ ਵੰਡ ਹੁੰਦੀ ਹੈ। ਠੀਕ ਹੈ। ਬੇਸ਼ੱਕ ਕਿੰਨੀ ਮਰਜ਼ੀ ਤਬਾਹੀ ਹੋਵੇ, ਮਨੁੱਖ ਦੀ ਕਹਿੰਦੇ ਜਿਉਣ ਦੀ ਆਸ ਹੈ ਉਹ ਕਦੇ ਨਹੀਂ ਖਤਮ ਹੁੰਦੀ। ਭਾਵ ਉਹਦੇ ਵਿੱਚ ਆਸ ਹੁੰਦੀ ਹੈ ਕਿ ਉਹਨੇ ਫਿਰ ਬਸਣਾ, ਫਿਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ। ਅਤੇ ਉਸੇ ਤਰ੍ਹਾਂ ਐਗਜ਼ਾਮਪਲ ਲਈ ਆ ਖੱਬਲ ਦੀ। ਜਿਵੇਂ ਧਰਤੀ ਦੇ ਵਿੱਚ ਕਹਿੰਦੇ ਜੀ ਖੱਬਲ ਘਾਹ ਕਦੇ ਉੱਗਣੋਂ ਨਹੀਂ ਹਟਦਾ, ਉਸੇ ਤਰ੍ਹਾਂ ਇਨਸਾਨ ਦੀ ਆਦਤ ਹੈ ਕਿ ਉਹ ਆਸ ਨਹੀਂ ਛੱਡਦਾ ਅਤੇ ਉਹ ਹਮੇਸ਼ਾ ਜਿਉਣ ਦੀ ਆਦਤ ਕਰਦਾ ਗਾ। ਕੁੱਤਾ ਅਤੇ ਹੱਡੀ ਕਹਾਣੀ ਦੀ ਗੱਲ ਕਰੀਏ, ਨਾਮ ਕਹਾਣੀ ਦੇ ਵਿੱਚ ਲੇਖਕ ਨੇ ਮਨੁੱਖ ਦੀ ਕੁੱਤੇ ਵਾਲੀ ਵਿਰਤੀ ਉੱਤੇ ਝਾਤ ਪਾਉਂਦਿਆਂ ਹੋਇਆ ਨਾਇਕ ਦੀ ਪ੍ਰਵਿਰਤੀ ਉੱਤੇ ਕੁੱਤੇ ਦੀ ਪ੍ਰਵਿਰਤੀ ਦਾ ਚਿੰਨ੍ਹ ਵਰਤਿਆ ਗਾ। ਵਿਰਕ ਦੇ ਵੱਲੋਂ ਜੀ। ਠੀਕ ਹੈ। ਇਸ ਕਹਾਣੀ ਦੇ ਵਿੱਚ ਹਾਬੜੀ, ਕਾਮ, ਭੁੱਖ ਅਤੇ ਵਿਅੰਗ ਕੱਸਿਆ ਗਿਆ ਗਾ। ਜਦੋਂ ਆਪਾਂ ਇਹ ਗੱਲ ਵੇਖਦੇ ਹਾਂ, ਕੁੱਤਾ ਜਿਹੜਾ ਵਿਅੰਗ ਕਰਦਾ ਗਾ ਜੀ। ਠੀਕ ਹੈ। ਕੁੱਤੇ ਅਤੇ ਮਨੁੱਖ ਨੂੰ ਦੋਨਾਂ ਨੂੰ ਇੱਕ ਚਿੰਨ੍ਹ ਲਏ ਨੇ। ਠੀਕ ਹੈ। ਕੁੱਤੇ ਨੂੰ ਜਿਹੜਾ ਮਨੁੱਖ ਦੀ ਤਰ੍ਹਾਂ ਹੀ
ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ। ਠੀਕ ਹੈ, ਮਨੁੱਖ ਨੂੰ ਕੁੱਤੇ ਵਰਗਾ ਪੇਸ਼ ਕੀਤਾ ਗਾ। ਤਾਂ ਇਹ ਜੋ ਉਸ ਦੀ ਕਹਿ ਲਓ ਜੀ ਹਾਬੜੀ, ਭਾਵ ਕੁੱਤਾ ਜਿਵੇਂ ਹਾਬੜਦਾ, ਉਸ ਦੀ ਕਾਮਕ ਭੁੱਖ ਦੀ, ਠੀਕ ਹੈ, ਭੁੱਖ ਦੀ ਗੱਲ ਕੀਤੀ ਆ। ਹੋਰ ਚੀਜ਼ਾਂ 'ਤੇ ਉਹਨਾਂ ਨੇ ਬਿਆਨ ਕੀਤਾ ਗਾ। ਇਸ ਤਰ੍ਹਾਂ ਇਸ ਦੇ ਰਾਹੀਂ, ਕੁੱਤਾ ਅਤੇ ਹੱਡੀ ਦੇ ਰਾਹੀਂ, ਨਾਂ ਤੋਂ ਹੀ ਪਤਾ ਲੱਗ ਜਾਂਦਾ ਕੁੱਤੇ ਦੀ ਸੋਚ ਜੋ ਹੱਡੀ ਖਾਣ ਤੱਕ ਹੈ, ਮਾਸ ਖਾਣ ਤੱਕ ਹੈ, ਉਸ ਦੀ ਕਹਾਣੀ ਨੂੰ ਉਸ ਦੇ ਰਾਹੀਂ ਪੇਸ਼ ਕੀਤਾ ਗਾ। ਮੁਰਦੇ ਦੀ ਤਾਕਤ ਕਹਾਣੀ ਦੀ ਆਪਾਂ ਗੱਲ ਕਰੀਏ ਜੀ, ਇਸ ਵਿੱਚ ਮਨੁੱਖ ਦੀ ਝੂਠੀ ਹਉਮੈ ਉੱਤੇ ਬਿਆਨ ਕੱਸਿਆ ਗਾ। ਧਰਤੀ ਅਤੇ ਆਕਾਸ਼ ਵਿਚਲੀਆਂ ਕਹਾਣੀਆਂ ਵਿੱਚ ਦੇਸ਼ ਦੀ ਵੰਡ ਕੀਤੀ ਹੈ ਜੀ, ਜਿੱਥੇ ਕਾਮਕ ਤ੍ਰਿਪਤੀ ਦੇ ਅਹਿਸਾਸ ਨੂੰ ਪੇਸ਼ ਕੀਤਾ, ਮਨੁੱਖ ਦੀ ਹਉਮੈ ਦੀ ਅਤੇ ਆਪਣੀ ਭੂਮੀ ਨਾਲ ਟੁੱਟ ਜਾਣ ਦੇ ਹੇਰਵਿਆਂ ਨੂੰ ਯਥਾਰਥਕ ਰੂਪ ਵਿੱਚ ਵੇਖਣ ਨੂੰ ਮਿਲਦਾ ਗਾ ਉਹਨਾਂ ਕਹਾਣੀਆਂ ਦੇ ਵਿੱਚ। ਇਹ ਵੱਖ-ਵੱਖ ਵਿਸ਼ੇ ਨੇ ਜੀ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਪੇਸ਼ ਕੀਤੇ। ਮੁਰਦੇ ਦੀ ਤਾਕਤ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਝੂਠੀ ਹਉਮੈ 'ਤੇ ਬਿਆਨ ਕੱਸਦੀ ਹੋਈ ਕਹਾਣੀ ਹੈ। ਆਕਾਸ਼ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ, ਦੇਸ਼ ਦੀ ਵੰਡ ਦੀ ਗੱਲ ਕੀਤੀ ਹੈ। ਕੰਮ ਤ੍ਰਿਪਤੀ ਦੇ ਅਹਿਸਾਸਾਂ ਦੀ ਹਉਮੈ ਦੀ ਗੱਲ ਕੀਤੀ ਹੋਈ ਹੈ। ਭੂਮੀ ਨਾਲ ਟੁੱਟਣ ਦੀ ਗੱਲ ਕਿਹੜੀ ਕਹਾਣੀ ਦੇ ਵਿੱਚ ਕੀਤੀ ਹੈ ਜੀ, ਕਮੈਂਟ ਕਰਕੇ ਦੱਸਿਓ ਜੀ ਉਹਦਾ ਨਾਮ। ਏਕਸ ਕੇ ਹਮ ਬਾਰਕ ਕਹਾਣੀ ਸੰਗ੍ਰਹਿ ਹੈ। ਇਸ ਦੇ ਵਿੱਚ 17 ਕਹਾਣੀਆਂ ਨੇ ਜੀ। ਮੇਰੀ ਨਜ਼ਰ, ਤੂੜੀ ਦੀ ਪੰਡ, ਵਿੱਕੀ, ਦੋ ਆਨੇ ਦਾ ਘਾਹ, ਪੌਣਾ ਆਦਮੀ, ਬਰਿਸਟਰ ਸਾਹਿਬ, ਘੋੜੀ, ਮੈਨੂੰ ਜਾਣਨਾ, ਮਿੰਨੀ ਦੀ ਸਲੇਟ, ਕੁੜੀ ਦਾ ਦਾਜ, ਏਕਸ ਕੇ ਹਮ ਬਾਰਕ, ਬਾਲਗ, ਪਤੀ, ਦੋ ਝਾਕੀਆਂ, ਬਹੁਤਾ ਨੇੜੇ ਬਹੁਤੇ ਦੂਰ, ਉਸੇ ਕਰਕੇ, ਮਿਹਰ ਕੁੱਲ। ਇਹ 17 ਕਹਾਣੀਆਂ ਨੇ ਜੀ ਇਹਦੇ ਵਿੱਚ ਸ਼ਾਮਲ ਸੰਗ੍ਰਹਿ ਦੇ ਵਿੱਚ। ਇਸ ਦੀ ਆਪਾਂ ਗੱਲ ਕਰਦੇ ਹਾਂ ਜੀ। ਪਹਿਲੀ ਕਹਾਣੀ ਜੋ ਪ੍ਰਸਿੱਧ ਹੈ ਜੀ, ਮੈਨੂੰ ਜਾਣਨਾ, ਕੁਲਵੰਤ ਵਿਰਕ ਦੀ ਕਿਹੜੀ ਜੀ ਮਾਨਵਵਾਦੀ ਜੋ ਸੋਚ ਹੈ, ਸੁਭਾਅ, ਉਸ ਨੂੰ ਪੇਸ਼ ਕਰਦੀ ਹੈ। ਇਸ ਵਿੱਚ ਸੁਨਾਰਥੀਆਂ ਨੂੰ ਜਦੋਂ ਪਤਾ ਲੱਗਦਾ ਕਿ ਉਸ ਨੂੰ ਕੋਈ ਜਾਣਦਾ ਨਹੀਂ ਤਾਂ ਉਸ ਦੀ ਕਹਿ ਲਓ ਜੀ ਮੁਰਦਾ ਰੂਹ ਧਰਤੀ ਉੱਤੇ ਦੁਬਾਰਾ ਸਾਂਝ ਪਾ ਲੈਂਦੀ ਹੈ ਅਤੇ ਉਸ ਦੇ ਅੰਦਰ ਜ਼ਿੰਦਗੀ ਬੁਝੀ ਹੋਈ ਚਿਲੰਗ ਫਿਰ ਤੋਂ ਮੱਗ ਉੱਠਦੀ ਹੈ। ਇਸ ਕਹਾਣੀ ਦੇ ਵਿੱਚ ਦੇਖਦੇ ਹਾਂ ਜੀ, ਜਦੋਂ ਇੱਕ ਸ਼ਰਨਾਰਥੀ ਹੈ ਜੀ, ਭਾਵ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਆਇਆ, ਉਸ ਦੀ ਗੱਲ ਕਰ ਰਹੇ ਹਾਂ, ਤਾਂ ਉਹਨੂੰ ਪਤਾ ਲੱਗਦਾ ਕਿ ਉਸ ਨੂੰ ਕੋਈ ਜਾਣਦਾ ਨਹੀਂ। ਤਾਂ ਉਸ ਦੀ ਜਿਹੜੀ ਮੁਰਦਾ ਰੂਹ ਹੈ ਉਹ ਦੁਬਾਰਾ ਸਾਂਝ ਪਾਉਣ ਲਈ ਆਉਂਦੀ ਹੈ। ਉਹਦੀ ਕਹਿ ਲਓ ਜੀ ਮੁਰਦਾ ਜ਼ਿੰਦਗੀ ਦੇ ਵਿੱਚ ਕਹਿ ਲਓ ਜੀ ਫਿਰ ਤੋਂ ਮੱਗ ਪੈਂਦੀ ਹੈ। ਤਾਂ ਉਸ ਤਰ੍ਹਾਂ ਦਾ ਕਹਾਣੀ ਦੇ ਵਿੱਚ ਪੇਸ਼ ਕੀਤਾ ਹੋਇਆ ਗਾ। ਪੌਣਾ ਆਦਮੀ ਦੀ ਗੱਲ ਕਰੀਏ ਜੀ, ਇਸ ਕਹਾਣੀ ਦੇ ਵਿੱਚ ਦੱਸਿਆ ਗਿਆ ਦੇਸ਼ ਦੀ ਵੰਡ ਦਾ ਉਤਨਾ ਚਿਰ ਹੀ ਲਾਭ ਨਹੀਂ ਜਿੰਨਾ ਚਿਰ ਸਮਾਜਿਕ ਆਰਥਿਕ ਪ੍ਰਬੰਧ ਵਿੱਚ ਕੋਈ ਤਬਦੀਲੀ ਨਾ ਆਵੇ। ਕਹਿੰਦੇ ਜਦੋਂ ਆਪਾਂ ਗੱਲ ਕਰਦੇ ਹਾਂ ਜੀ ਪੌਣਾ ਆਦਮੀ ਵਿੱਚ ਪੇਸ਼ ਕੀ ਕੀਤਾ ਜੀ, ਦੇਸ਼ ਦੀ ਕਹਿੰਦੇ ਆਜ਼ਾਦੀ ਦਾ ਉਦੋਂ ਤੱਕ ਕਿਸੇ ਨੂੰ ਕੋਈ ਲਾਭ ਨਹੀਂ ਹੁੰਦਾ ਜਦੋਂ ਤੱਕ ਸਮਾਜਿਕ ਆਰਥਿਕ ਪ੍ਰਬੰਧ ਵਿੱਚ ਕੋਈ ਤਬਦੀਲੀ ਨਾ ਆਵੇ। ਇਹ ਸੱਚ ਹੈ ਕਿ ਜਦੋਂ ਇਹਨਾਂ ਪੱਖਾਂ ਦੇ ਵਿੱਚ ਲੋਕ ਚੰਗੇ ਹੋਣਗੇ ਤਾਂ ਆਰਥਿਕ ਤੌਰ 'ਤੇ ਵੀ ਵਧੀਆ ਹੋ ਜਾਣਗੇ। ਜੇ ਆਰਥਿਕ ਵਧੀਆ ਤਾਂ ਉਹਨਾਂ ਦੀ ਸੋਚ ਵੀ ਵਧੀਆ ਹੋ ਜਾਏਗੀ। ਇਹ ਦੋਨੇ ਪੱਖਾਂ ਦਾ ਹੋਣਾ ਬੜਾ ਜ਼ਰੂਰੀ ਹੈ। ਇਹਨਾਂ ਵਿੱਚ ਤਬਦੀਲੀ ਦੀ ਬਹੁਤ ਜ਼ਰੂਰਤ ਹੈ। ਇਸ ਤਰ੍ਹਾਂ ਦੀ ਕਹਾਣੀ ਪੇਸ਼ ਕੀਤਾ ਜੀ ਪੌਣਾ ਆਦਮੀ ਵਿੱਚ। ਏਕਸ ਕੇ ਹਮ ਬਾਰਕ, ਕਾਮ ਦਾ ਜਜ਼ਬਾ ਜੀ ਸਰਵ ਵਿਆਪਕ ਜਜ਼ਬਾ ਸਭਨਾਂ ਜਾਤਾਂ ਰੰਗਾਂ ਸ਼੍ਰੇਣੀਆਂ ਵਿੱਚ ਵਿਦਮਾਨ ਹੈ ਜੀ। ਇਸੇ ਕਹਾਣੀ ਦੇ ਰਾਹੀਂ ਜਜ਼ਬੇ ਨੂੰ ਪੇਸ਼ ਕੀਤਾ ਗਾ। ਦੁੱਧ ਦਾ ਛੱਪੜ ਅਗਲਾ ਸੰਗ੍ਰਹਿ ਹੈ ਜੀ, ਕਹਾਣੀ ਸੰਗ੍ਰਹਿ, ਜਿਸ ਵਿੱਚ 13 ਕਹਾਣੀਆਂ ਨੂੰ ਸ਼ਾਮਲ ਕੀਤਾ। ਸ਼ੇਰਨੀਆਂ, ਦੁੱਧ ਦਾ ਛੱਪੜ, ਧਰਤੀ ਹੇਠਲਾ ਬਲਦ ਬਹੁਤ ਪ੍ਰਸਿੱਧ ਹੈ ਜੀ। ਸ਼ਿੰਗਾਰ, ਲੰਮੀ ਨਜ਼ਰ ਨਿਹਾਲੀ ਹੈ, ਫਿਰ ਇੱਕ ਫੇਰੀ, ਰਾਜਨਾ ਕਈ ਜੀਵਿਆ, ਮੇਮ ਦੀ ਕਹਾਣੀ, ਪ੍ਰੋਫੈਸਰ ਸਾਹਿਬ, ਦੁੱਧ ਵਿੱਚ, ਕਾਜ਼ੀ, ਊਠ, ਤਾਂ ਪਟਿਆਲਾ ਦੀ ਸਵਾਰੀ, ਬਾਬੂ ਰਾਮ ਸਰੂਪ। ਇਹ 13 ਕਹਾਣੀਆਂ ਦੇ ਵਿੱਚ ਸ਼ਾਮਲ ਨੇ ਜੀ ਦੁੱਧ ਦਾ ਛੱਪੜ ਦੇ ਵਿੱਚ। ਸ਼ੇਰਨੀਆਂ ਕਹਾਣੀ ਦੀ ਗੱਲ ਕਰੀਏ ਬਹੁਤ ਪ੍ਰਸਿੱਧ ਹੈ ਜੀ, ਜੋ ਵਿਕਾਸ ਦੇ ਨਵੇਂ ਰੁਜ਼ਗਾਰ 'ਤੇ ਝਾਤ ਪਾਉਂਦੀ ਹੈ, ਜਿੱਥੇ ਵਿੱਦਿਆ ਦੇ ਪ੍ਰਭਾਵ ਦੇ ਰਾਹੀਂ ਇਸਤਰੀ ਜਾਤੀ ਨਵ ਚੇਤਨ ਦਾ ਸੰਚਾਰ ਹੋਣ ਦੀ ਗੱਲ ਹੁੰਦੀ ਹੈ। ਉੱਥੇ ਕਹਾਣੀ ਦਾ ਕੇਂਦਰ ਕੀ ਹੈ? 2 ਔਰਤਾਂ 'ਤੇ ਹੈ। ਆਧੁਨਿਕ ਯੁੱਗ ਵਿੱਚ ਔਰਤਾਂ ਦੀ ਬਹਾਦਰੀ, ਕਹਿ ਲਓ ਜੀ ਬਰਾਬਰੀ, ਨਿਡਰਤਾ ਨੂੰ ਰੂਪਮਾਨ ਪੇਸ਼ ਕੀਤਾ ਗਿਆ ਜੀ। ਸ਼ੇਰਨੀਆਂ ਟਾਈਟਲ ਤੋਂ ਹੀ ਪਤਾ ਲੱਗ ਜਾਵੇ ਸ਼ੇਰਨੀਆਂ ਕਿਹਦੇ ਲਈ ਵਰਤਿਆ ਜਾਏਗਾ, ਔਰਤਾਂ ਲਈ। ਠੀਕ ਹੈ ਜੀ। ਉਸ ਤਰ੍ਹਾਂ ਇਹ ਕਹਾਣੀ ਦੇ ਵਿੱਚ 2 ਔਰਤਾਂ ਨੇ, ਜੋ ਔਰਤਾਂ ਦੀ ਬਹਾਦਰੀ, ਠੀਕ ਹੈ, ਉਹਨਾਂ ਦੇ ਬਰਾਬਰੀ ਦੇ ਹੱਕ, ਨਿਡਰਤਾ ਨੂੰ ਪੇਸ਼ ਕਰਦੀ ਹੋਈ ਕਹਾਣੀ ਹੈ। ਇੱਥੋਂ ਤੁਸੀਂ ਸਮਝ ਲਿਓ। ਦੁੱਧ ਦਾ ਛੱਪੜ, ਇਸ ਕਹਾਣੀ ਦੇ ਵਿੱਚ ਕਹਿ ਲਓ ਜੀ ਪੇਂਡੂ ਮਾਹੌਲ ਹੈ, ਦੁੱਧ ਪਿੰਡਾਂ ਦੇ ਹੈ ਜੀ। ਪੇਂਡੂ ਮਾਹੌਲ ਨੂੰ ਜੀਵਤ ਵਧੀਆ ਢੰਗ ਦੇ ਨਾਲ ਪੇਸ਼ ਕੀਤਾ। ਸਾਂਝੇ ਘਰਾਂ ਕੰਮਾਂ ਵਿੱਚ ਸਦਾ ਹੀ ਇੱਕ ਧਿਰ
ਦੇ ਕਮਜ਼ੋਰ ਹੋਣ ਅਤੇ ਦੂਜੀ ਧਿਰ ਦੇ ਹਾਵੀ ਹੋਣ ਦੀ ਸੱਚਾਈ ਨੂੰ ਉਜਾਗਰ ਕੀਤਾ। ਜਦੋਂ ਆਪਾਂ ਕਹਾਣੀ ਦੇ ਵਿੱਚ ਦੇਖਦੇ ਹਾਂ ਜੀ, ਪੇਂਡੂ ਮਾਹੌਲ ਦਾ ਉਹਦੇ ਤੋਂ ਹੀ ਪਤਾ ਲੱਗ ਜਾਂਦਾ, ਪਿੰਡਾਂ ਦੀ ਗੱਲ ਕਰ ਰਹੇ ਆ। ਪਿੰਡਾਂ ਦੇ ਵਿੱਚ ਜੋ ਜੀ ਇੱਕ ਧਿਰ ਕਮਜ਼ੋਰ ਹੈ, ਇੱਕ ਧਿਰ ਹਾਵੀ ਹੁੰਦੀ ਹੈ ਜੀ, ਤਕੜੀ ਹੁੰਦੀ ਹੈ, ਹਾਵੀ ਹੋਣ ਦੀ ਕੋਸ਼ਿਸ਼ ਕਰਦੀ ਹੈ, ਉਸ ਤਰ੍ਹਾਂ ਦੇ ਪੱਖ ਨੂੰ ਪੇਸ਼ ਕੀਤਾ। ਧਰਤੀ ਹੇਠਲਾ ਬਲਦ ਜੀ, ਇਹਦੇ ਕਹਿ ਲਓ ਜੀ ਸਹੀ ਮਾਇਨੇ ਦੇ ਵਿੱਚ ਮਾਨਵਤਾ ਦੀ ਤਸਵੀਰ ਪੇਸ਼ ਕੀਤੀ ਹੈ। ਇਸ ਦੇ ਵਿੱਚ ਮਨ ਦੇ ਵਿੱਚ ਜੀ, ਮਨੁੱਖ ਦੇ ਮਨ ਦੇ ਵਿੱਚ ਕੁਛ ਪਾ ਕੇ ਸੁਹਿਰਦਤਾ ਖੂਬਸੂਰਤੀ ਨਾਲ ਪੇਸ਼ ਕੀਤੀ ਗਈ ਹੈ। ਇਸ ਕਹਾਣੀ ਵਿੱਚ ਦਰਸਾਇਆ ਗਿਆ ਧਰਤੀ ਉੱਤੇ ਅਜਿਹੇ ਬੰਦੇ ਵੀ ਹਨ ਜੋ ਦੁੱਖਾਂ ਦੀ ਥਾਂ 'ਤੇ ਦੂਜਿਆਂ ਨੂੰ ਸੁੱਖ ਦੀ ਚਿੰਤਾ ਕਰਦੇ ਹਨ ਜੀ। ਇਸ ਕਹਾਣੀ ਦੇ ਵਿੱਚ ਜਿਵੇਂ ਪੇਸ਼ ਕੀਤਾ ਜੀ, ਉਹ ਆਪਾਂ ਅੱਗੇ ਹੋਰ ਡਿਟੇਲ ਦੇ ਵਿੱਚ ਗੱਲ ਕਰਾਂਗੇ ਜੀ, ਕਿ ਇਸ ਤਰ੍ਹਾਂ ਦੇ ਇਨਸਾਨ ਵੀ ਨੇ ਜੋ ਸੁਹਿਰਦਤਾ ਰੱਖਦੇ ਨੇ ਜੀ। ਉਹਨਾਂ ਦੀ ਪੇਸ਼ਕਾਰੀ ਕੀਤੀ ਹੈ ਕਿ ਦੂਜਿਆਂ ਨੂੰ ਦੁੱਖ ਨਾ ਪਹੁੰਚੇ ਜੀ, ਅਤੇ ਦੁੱਖਾਂ ਨੂੰ ਆਪਦੇ ਅੰਦਰ ਹੀ ਸਮਾ ਲੈਂਦੇ ਨੇ। ਤਾਂ ਇਸ ਸੰਗ੍ਰਹਿ ਨੂੰ ਜਿਹੜਾ ਹੈਗਾ ਜੀ, ਭਾਸ਼ਾ ਵਿਭਾਗ ਨੇ 1959 ਦੇ ਵਿੱਚ ਸਨਮਾਨਿਤ ਕੀਤਾ ਗਿਆ ਸੀ ਕਿ ਪੰਜਾਬ ਬੋਰਡ ਦੇ ਵਿੱਚ ਇਹ ਕਹਾਣੀ ਲੱਗੀ ਹੋਈ ਹੈ। ਗੋਲਾ ਕਹਾਣੀ ਸੰਗ੍ਰਹਿ 15 ਕਹਾਣੀਆਂ ਨੇ ਇਹਦੇ ਵਿੱਚ। ਵਿਗਿਆਨੀ ਚੀਜ਼, 15 ਰੁਪਏ, ਐਤਵਾਰ ਸਵੇਰ, ਨੌਕਰੀ, ਹਾਰ, ਮਾਖਿਓ ਦੀ ਛੱਲੀ, ਸਤਯੁਗ, ਮੱਛਰ, ਸਾਗਰ ਤੇ ਨਿਰਮਲਾ, ਮਾਵਾਂ ਧੀਆਂ, ਸਾਬਣ ਦੀ ਚਿੱਪਰ, ਸਦਾ ਉੱਠ ਜਾਏ, ਦਾਤੇ, ਮਿੰਨੀ ਦੀ ਸਲੇਟ ਦੁਬਾਰਾ ਰਿਪੀਟ ਹੋਈ ਹੈ ਜੀ। ਪਹਿਲਾਂ ਕਿਹੜੇ ਕਹਾਣੀ ਸੰਗ੍ਰਹਿ 'ਚ ਸ਼ਾਮਲ ਹੋਈ ਹੈ ਦੱਸੋ ਜੀ। ਕੁੜੀ ਦਾ ਦਾਜ, ਇਹ ਵੀ ਸ਼ਾਇਦ ਰਿਪੀਟ ਹੋਈ ਹੈ, ਦੱਸੋ ਜੀ ਕਿਹੜੇ ਕਹਾਣੀ ਸੰਗ੍ਰਹਿ ਦੇ ਵਿੱਚ ਸ਼ਾਮਲ ਹੈ। ਦਾਤੇ ਕਹਾਣੀ ਦੀ ਗੱਲ ਕਰੀਏ ਜੀ, ਇਹਦੇ ਵਿੱਚ ਵਿਰਕ ਨੇ ਜੀ ਗਰੀਬ ਪਰਿਵਾਰ ਦੀ ਤਸਵੀਰ ਉਲੀਕੀ ਹੈ। ਨਿੱਕੀਆਂ ਨਿੱਕੀਆਂ ਸਧਰਾਂ ਨੇ ਜੋ ਉਹਨਾਂ ਦੀ ਪੂਰੀ ਕਰਨਾ ਚਾਹੁੰਦੇ ਨੇ। ਤਾਂ ਇਹਦਾ ਪਾਤਰ ਕੌਣ ਹੈ ਜੀ? ਮੁੱਖ ਪਾਤਰ ਗੀਤਾ ਵੀ ਕਹਿ ਲਓ ਜੀ ਘਰ ਦੇ ਨਿੱਕ ਸੁੱਖ ਤੋਂ ਲੈ ਕੇ ਜੀ ਬੱਚਿਆਂ ਦੀਆਂ ਇੱਛਾਵਾਂ ਦੀ ਪੂਰਤੀ ਕਰਨ ਦੀ ਇੱਛਾ ਰੱਖਦੀ ਹੈ, ਲੋਚਦੀ ਹੈ। ਉਹ ਸਥਿਤੀਆਂ ਹੱਥੋਂ ਮਜਬੂਰ ਹੈ। ਕਹਾਣੀ ਦੇ ਅੰਤ ਵਿੱਚ ਆਪਾਂ ਦੇਖਦੇ ਹਾਂ ਉਹ ਹਮੇਸ਼ਾ ਦੀ ਤਰ੍ਹਾਂ ਹੀ ਸੁਖਦ ਅਹਿਸਾਸ ਨੂੰ ਪੇਸ਼ ਕੀਤਾ ਗਿਆ। ਗੀਤਾ ਦੇ ਬੱਚੇ ਹਨ ਜੀ ਜੋ ਨਿੱਕ ਸੁੱਖ ਖਰੀਦ ਲੈਂਦੇ ਹਨ ਅਤੇ ਮਜਬੂਰੀ ਬਸ ਗੀਤਾ ਨਹੀਂ ਖਰੀਦ ਪਾਉਂਦੀ। ਉਹਨਾਂ ਦੀ ਇੱਛਾ ਹੈਗੀ ਹੈ ਜੀ ਬੱਚਿਆਂ ਦੇ ਲਈ, ਉਸ ਨੂੰ ਪੇਸ਼ ਕੀਤਾ ਗਿਆ ਜੀ। ਇਸ ਕਹਾਣੀ ਦੇ ਵਿੱਚ ਆਪਾਂ ਦੇਖਦੇ ਹਾਂ ਜੀ ਗਰੀਬ ਪਰਿਵਾਰ ਦੇ ਜੋ ਤਸਵੀਰ ਦਿਖਾਈ ਹੋਈ ਹੈ, ਨਿੱਕੀਆਂ ਨਿੱਕੀਆਂ ਜੋ ਉਹਨਾਂ ਦੀਆਂ ਸਧਰਾਂ ਨੇ ਜੀ ਕਿਸੇ ਚੀਜ਼ ਨੂੰ ਪਾਉਣ ਦੀਆਂ, ਉਹਨਾਂ ਨੂੰ ਪੇਸ਼ ਕਰਦੀ ਹੈ। ਪਾਤਰ ਕੌਣ ਹੈ ਜੀ? ਗੀਤਾ। ਉਹਦੇ ਬੱਚੇ ਨੇ, ਤਾਂ ਉਹ ਬੱਚੇ ਜੋ ਤੁਸੀਂ ਦੇਖਦੇ ਹੋ ਹਮੇਸ਼ਾ ਨਿੱਕੀ ਨਿੱਕੀ ਚੀਜ਼ ਲੈਣ ਦੇ ਲਈ ਜਿੱਦ ਕਰਦੇ ਨੇ, ਤਾਂ ਉਹ ਜਿਹੜੀ ਜਿੱਦ ਹੈ ਕਿਵੇਂ ਉਹਨੂੰ ਪੂਰਾ ਕਰਦੇ ਆ ਜਾਂ ਨਹੀਂ ਕਰਦੇ, ਉਹ ਕਹਾਣੀ ਦੇ ਵਿੱਚ ਪੇਸ਼ ਕੀਤਾ ਗਾ। ਅਤੇ ਇਹ ਕਹਿ ਲਓ ਜੀ ਸੁਖਦ ਅੰਤ ਦੇ ਵਿੱਚ ਜੋ ਸੁੱਖ ਦਾ ਅਹਿਸਾਸ ਹੈ ਉਹ ਕਹਾਣੀ ਦੇ ਵਿੱਚ ਪੇਸ਼ ਕੀਤਾ ਗਾ। ਅਤੇ ਉਹਦੀ ਗੀਤਾ ਦੀ ਜੋ ਮਜਬੂਰੀਆਂ ਨੇ ਉਹਨਾਂ ਨੂੰ ਵੀ ਕਹਾਣੀ ਦੇ ਵਿੱਚ ਉਜਾਗਰ ਕੀਤਾ ਗਿਆ। ਕਿਹੜੀ ਕਹਾਣੀ ਜੀ? ਦਾਤੇ ਦੇ ਵਿੱਚ। ਮਾਖਿਓ ਦੀ ਛੱਲੀ, ਇਹਦੇ ਵਿੱਚ ਕਾਮ ਦੀ ਤ੍ਰਿਪਤੀ ਦੇ ਭਾਵਾਂ ਨੂੰ ਉਜਾਗਰ ਕਰਦੀ ਹੋਈ ਕਹਾਣੀ ਹੈ ਜੀ। ਮੁੱਖ ਪਾਤਰ ਕੌਣ ਹੈ? ਪ੍ਰੇਮ। ਜਦੋਂ ਜਲਸੇ ਵਿੱਚ ਪ੍ਰੇਮ ਨਾਲ ਕਿਸੇ ਕੁੜੀ ਨੂੰ ਦੇਖਦਾ ਹੈ ਤਾਂ ਉਸਦੇ ਮਨ ਦੇ ਅੰਦਰ ਇੱਕ ਕਹਿ ਲਓ ਜੀ ਕਸਕ ਪੈਦਾ ਹੁੰਦੀ ਹੈ ਕਿ ਉਹ ਕੁੜੀ ਉਹਦੇ ਨੇੜੇ ਨਹੀਂ ਟੁੱਕਦੀ। ਤਾਂ ਇਸ ਤਰ੍ਹਾਂ ਦੀ ਜੀ ਕਹਾਣੀ ਹੈਗੀ ਹੈ, ਇੱਕ ਕਾਮਕ ਤ੍ਰਿਪਤੀ ਦੇ ਨਾਲ ਸੰਬੰਧਿਤ ਤ੍ਰਿਪਤੀ ਹੈ ਦੇ ਭਾਵਾਂ ਨੂੰ ਉਜਾਗਰ ਕਰਦੀ ਹੋਈ ਕਹਾਣੀ ਹੈ, ਜਿਸ ਦੇ ਵਿੱਚ ਪ੍ਰੇਮ ਪਾਤਰ ਹੈ ਜੀ ਇੱਕ ਜਲਸੇ ਦੇ ਵਿੱਚ ਜਾਂਦਾ, ਠੀਕ ਹੈ ਜੀ। ਤਾਂ ਉਹ ਕੀ ਦੇਖਦਾ ਗਾ? ਜਲਸੇ ਵਿੱਚ ਪ੍ਰਕਾਸ਼ ਦੇ ਨਾਲ ਇੱਕ ਕੁੜੀ ਨੂੰ ਦੇਖਦਾ, ਉਹਦੇ ਮਨ ਦੇ ਵਿੱਚ ਕਹਿ ਲਓ ਜੀ ਇੱਕ ਕਸਕ ਪੈਦਾ ਹੁੰਦੀ ਹੈ ਜੋ ਕਹਿ ਲਓ ਜੀ ਨਫ਼ਰਤ ਜੀ, ਈਰਖਾ, ਅਤੇ ਉਹ ਕਈ ਕਹਿ ਲਓ ਜੀ ਕਈ ਕੁੜੀਆਂ ਦੇ ਉਹ ਭਾਵ ਨੇੜੇ ਤੱਕ ਉਹਦੀ ਗੱਲ ਕੀਤੀ ਹੈ ਕਿ ਕੋਈ ਕੁੜੀ ਉਹਦੇ ਨੇੜੇ ਤੱਕ ਵੀ ਨਹੀਂ ਟੁੱਕਦੀ। ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਹਾਲਾਤ ਜੋ ਦਿਖਾਏ ਗਏ ਨੇ ਇਹਦੇ ਵਿੱਚ। ਨਵੇਂ ਲੋਕ ਕਹਾਣੀ ਦੀ ਸੰਗ੍ਰਹਿ ਦੀ ਗੱਲ ਕਰੀਏ, 21 ਕਹਾਣੀਆਂ ਸ਼ਾਮਲ ਕੀਤੀਆਂ ਨੇ ਜੀ, ਉਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ। ਰਸ ਭਰੀਆਂ, ਸਾਂਝ, ਕਸ਼ਟ ਨਿਵਾਰਨ, ਸਾਬਨ, ਫੇਰ ਆ ਗਈ ਜੀ ਰਿਪੀਟ। ਕਿਹੜੀ ਕਹਾਣੀ ਸੰਗ੍ਰਹਿ? ਨਵੇਂ ਲੋਕ। ਮੇਜਰ, ਅਲੀ ਬਾਬਾ ਅਤੇ ਕਾਸਮ, ਪਲਟਾ, ਮੁੱਢੋਂ ਸੁੱਡੋਂ, ਇਹ ਦੁੱਧ ਤੇਰਾ, ਠੰਡ, ਭਾਈ ਸੋ ਮੇਰਾ ਵੀਰ, ਦਿੱਲੀ ਦੀ ਕੁੜੀ, ਕੌਡੀਆਂ ਬਦਲੇ ਜਾਏ, ਕੁਦੇਸੀ, ਪਾਰਸ, ਨਮਸਕਾਰ, ਤਿੰਨ ਰੰਗ, ਧੁੱਪ ਛਾਂ, ਮੈਂ ਹੁਣ ਬਹੁਤ ਖੁਸ਼ ਹਾਂ ਅਤੇ ਪਰਛਾਵਾਂ। ਇਹ ਕੀ ਕਹਾਣੀਆਂ ਦੇ ਵਿੱਚ ਸ਼ਾਮਲ ਨੇ ਜੀ ਨਵੇਂ ਲੋਕ ਦੇ ਵਿੱਚ। ਅਤੇ ਸਾਹਿਤ ਅਕਾਦਮੀ ਨੇ ਇਹਨੂੰ ਪੁਰਸਕਾਰ ਦਿੱਤਾ ਜੀ। ਕਦੋਂ ਦਿੱਤਾ ਗਾ ਉਹ ਤੁਸੀਂ ਸਾਨੂੰ ਨੋਟ ਕਰ ਲਿਓ। ਕੁਦੇਸੀ ਦੀ ਆਪਾਂ ਗੱਲ ਕਰੀਏ ਜੀ, ਇਹ ਰੂਸੀ ਨੌਜਵਾਨ ਦੇ ਨਾਲ ਹਮਦਰਦੀ ਅਤੇ ਸਰਕਾਰ ਦੇ ਰਵੱਈਏ 'ਤੇ ਬਿਆਨ ਕਰਦੀ ਹੋਈ ਕਹਾਣੀ ਹੈ। ਇਸ ਵਿੱਚ ਕਹਿ ਲਓ ਜੀ ਵਿਰਕ ਨੇ ਵਿਸ਼ਵ ਵਿਆਪੀ ਮਾਨਵਵਾਦੀ ਜੋ ਸੋਚ ਹੈ ਉਸ ਨੂੰ ਪੇਸ਼ ਕੀਤਾ ਗਾ। ਕੁਦੇਸੀ, ਦੇਸੀ ਅਤੇ ਉਹ ਸਮਝ ਲਿਓ ਜੀ ਬਾਹਰਲੇ ਦੇਸ਼ ਦੀ ਸਮਝ, ਦੇਸੀ ਨਹੀਂ ਹੈ, ਵਿਦੇਸੀ ਦੀ ਗੱਲ ਕਰ ਰਹੇ ਆ ਤਾਂ ਗੱਲ ਕਰਨਗੇ ਕਿੱਥੋਂ ਦੇ? ਰੂਸ ਦੇ ਨੌਜਵਾਨ ਦੀ, ਸਰਕਾਰ ਦੇ ਰਵੱਈਏ ਦੀ, ਉਸ ਤਰ੍ਹਾਂ ਦਾ ਇਹ ਕਹਾਣੀ ਦੇ ਵਿੱਚ।
ਮੁੱਢੋਂ ਸੁੱਢੋਂ ਜੀ। ਨਾਂ ਤੋਂ ਪਤਾ ਲੱਗਦਾ ਜੀ ਜੋ ਕਹਿ ਲਓ ਜੀ ਨਾਸ ਵਿਕਾਸ, ਕਹਿ ਲਓ ਜੀ ਬਰਬਾਦੀ ਤੋਂ ਬਾਅਦ ਆਬਾਦੀ ਨਾਲ ਉਹ ਨਾਲ ਚੱਲਦੇ ਨੇ, ਇਸ ਤਰ੍ਹਾਂ ਦੀ ਕਹਾਣੀ ਦੇ ਵਿੱਚ ਪੇਸ਼ ਕੀਤਾ ਗਾ। ਨਾਮ ਹੀ ਦੱਸਦਾ ਜੀ ਮੁੱਢੋਂ ਸੁੱਢੋਂ। ਤਾਂ ਉਹਦੇ ਨਾਸ ਦੀ ਗੱਲ ਕਰਨਗੇ, ਵਿਕਾਸ ਦੀ, ਬਰਬਾਦੀ ਦੀ, ਆਬਾਦੀ ਦੀ, ਦੋਨੇ ਗੱਲਾਂ ਚੱਲਦੀਆਂ ਰਹਿਣਗੀਆਂ। ਕਸ਼ਟ ਨਿਵਾਰਨ ਕਹਾਣੀ ਵਿੱਚ ਜੀ ਮਨੁੱਖੀ ਫਿਤਰਤ ਨੂੰ ਬਿਆਨ ਕੀਤਾ ਗਾ। ਇਸ ਵਿੱਚ ਮਨੁੱਖ ਨੂੰ ਕਹਿ ਲਓ ਜੀ ਆਪਣੇ ਆਪ ਨੂੰ ਕਾਸਟ ਵਿੱਚੋਂ ਕੱਢ ਕੇ ਹੋਰ ਕੁਰਬਾਨੀ ਦਾ ਬੱਕਰਾ ਬਣਾਉਣ ਤੋਂ ਬਿਲਕੁਲ ਗਰੇਜ਼ ਨਹੀਂ ਕਰਦਾ ਸੀ। ਇਹ ਕਹਾਣੀ ਦੇ ਵਿੱਚ ਆਪਾਂ ਦੇਖਦੇ ਹਾਂ ਜੀ ਕਸ਼ਟ ਨਿਵਾਰਨ ਦੇ ਵਿੱਚ ਮਨੁੱਖੀ ਫਿਤਰਤ ਨੂੰ ਬਿਆਨ ਕਰਦੀ ਆ ਕਿ ਮਨੁੱਖ ਆਪਣੇ ਆਪ ਨੂੰ ਕਸ਼ਟ ਤੋਂ ਕੱਢਣ ਦੇ ਲਈ ਕਿਸੇ ਹੋਰ ਨੂੰ ਕੁਰਬਾਨੀ ਦਾ ਬੱਕਰਾ ਬਣਾ ਦਿੰਦਾ, ਕਿ ਹੋਰ 'ਤੇ ਕਿਸੇ 'ਤੇ ਭਾਵ ਗੱਲ ਛੱਡ ਦਿੰਦਾ। ਠੀਕ ਹੈ, ਤਾਂ ਇਸ ਗੱਲ ਤੋਂ ਗਰੇਜ਼ ਨਹੀਂ ਕਰਦਾ ਆਪਦੇ ਆਪ ਨੂੰ ਬਚਾਉਣ ਦੇ ਲਈ। ਇਸ ਤਰ੍ਹਾਂ ਸਾਰੀਆਂ ਕਹਾਣੀਆਂ ਦੇ ਵਿੱਚ ਕਹਿ ਲਓ ਜੀ ਵਿਰਕ ਨੇ ਮਨੁੱਖੀ ਮਨ ਦੇ ਜੋ ਵਲਵਲੇ ਉਜਾਗਰ ਕੀਤੇ ਆ ਜੀ। ਤੂੜੀ ਦੀ ਪੰਡ ਅਤੇ ਆਤਿਸ਼ਬਾਜ਼ੀ ਜੋ ਸੰਗ੍ਰਹਿ ਨੇ ਜੀ, ਮਨੁੱਖੀ ਮਨ ਦੀਆਂ ਜੋ ਸਥਿਤੀਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਪ੍ਰਗਟ ਕੀਤਾ ਗਾ। ਮਹੱਤਵਪੂਰਨ ਗੱਲਾਂ ਦੀ ਆਪਾਂ ਗੱਲ ਕਰੀਏ ਜੀ ਉਹਨਾਂ ਦੇ ਬਾਰੇ, ਸ਼ਾਹ ਵੇਲਾ, ਧਰਤੀ ਤੇ ਆਕਾਸ਼, ਤੂੜੀ ਦੀ ਪੰਡ, ਦੁੱਧ ਦਾ ਛੱਪੜ, ਇਕਸ ਕੇ ਹਮਬਾਰਕ, ਗੋਲਾ, ਨਵੇਂ ਲੋਕ ਆਦਿ ਜਿਹੜੀਆਂ ਪ੍ਰਸਿੱਧ ਨੇ ਜੀ। ਦੇਸ਼ ਵੰਡ ਨਾਲ ਸੰਬੰਧਿਤ ਨੇ ਜੀ। ਵਿਰਕ ਨੂੰ ਕਹਿ ਲਓ ਜੀ ਨਿੱਕੀ ਕਹਾਣੀ ਦਾ ਵੱਡਾ ਲੇਖਕ ਕਰਕੇ ਜਾਣਿਆ ਜਾਂਦਾ ਜੀ। ਨੋਟ ਕਰ ਲਿਓ ਜੀ ਇਹ ਸਟੇਟਮੈਂਟ, ਨਿੱਕੀ ਕਹਾਣੀ ਦਾ ਵੱਡਾ ਲੇਖਕ। ਬਾਦਸ਼ਾਹ ਕਿਹਨੇ ਬੋਲਿਆ ਸੀਗਾ ਜੀ? ਅਜੀਤ ਕੌਰ ਦੀ ਗੱਲ ਕਰਿਓ ਜੀ। ਨਿੱਕੀ ਕਹਾਣੀਆਂ ਦਾ ਕਹਿ ਲਓ ਜੀ ਵੱਡਾ ਲੇਖਕ। ਸਾਹਿਤ ਅਕਾਦਮੀ ਦਿੱਲੀ ਵੱਲੋਂ ਅਵਾਰਡ ਦਿੱਤਾ ਗਿਆ ਜੀ ਨਵੇਂ ਲੋਕ ਲਈ। ਅਤੇ ਉਸ ਤੋਂ ਇਲਾਵਾ ਜੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਉਹਨਾਂ ਨੂੰ ਕਰਤਾਰ ਸਿੰਘ ਧਾਲੀਵਾਲ ਅਵਾਰਡ ਦਿੱਤਾ। ਭਾਸ਼ਾ ਵਿਭਾਗ ਵੱਲੋਂ ਉਹਨਾਂ ਨੂੰ ਕਿਹੜਾ ਅਵਾਰਡ ਦਿੱਤਾ ਜੀ? ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ। ਇਹ ਯਾਦ ਰੱਖਿਓ ਜੀ, ਇਹ ਕੁਛ ਅਵਾਰਡ ਸੀਗੇ। ਉਸ ਤੋਂ ਬਾਅਦ ਜੀ ਉਹਨਾਂ ਦੀ ਕਹਿ ਲਓ ਜੀ ਬਹੁਤ ਚਰਚਿਤ ਕਹਾਣੀ ਹੈ ਜੋ ਧਰਤੀ ਹੇਠਲਾ ਬਲਦ, ਉਸ ਦੀ ਆਪਾਂ ਗੱਲ ਕਰਾਂਗੇ। ਇਹਦਾ ਟੀ ਵੀ 'ਤੇ ਵੀ ਕਹਿ ਲਓ ਜੀ ਰੂਪਾਂਤਰਨ ਕੀਤਾ ਗਿਆ। ਟੀ ਵੀ 'ਤੇ ਭਾਵ ਇਹਨੂੰ ਖੇਡਿਆ ਗਿਆ ਗਾ, ਬਣਾਇਆ ਗਿਆ ਟੀ ਵੀ ਸੀਰੀਅਲ ਵਗੈਰਾ। ਧਰਤੀ ਹੇਠਲਾ ਬਲਦ ਦੀ ਆਪਾਂ ਗੱਲ ਕਰੀਏ ਜੀ, ਇਸ ਕਹਾਣੀ ਸੰਗ੍ਰਹਿ ਨੂੰ ਕਾਹਦੇ ਵਿੱਚੋਂ ਲਿਆ ਗਿਆ ਜੀ? ਕਿਹੜੇ ਕਹਾਣੀ ਸੰਗ੍ਰਹਿ ਦੇ ਵਿੱਚੋਂ ਲਿਆ ਗਿਆ ਜੀ? ਦੁੱਧ ਦਾ ਛੱਪੜ ਦੇ ਵਿੱਚੋਂ। ਇਸ ਕਹਾਣੀ ਦੇ ਵਿੱਚ ਆਪਾਂ ਦੇਖਦੇ ਹਾਂ ਜੀ ਬਾਪੂ ਜੋ ਕਿ ਕਰਮ ਸਿੰਘ ਫੌਜੀ ਦਾ ਪਿਤਾ ਜੀ। ਬਾਪੂ ਦਾ ਕਿਰਦਾਰ ਹੈ ਜੀ, ਕਰਮ ਸਿੰਘ ਫੌਜੀ ਉਹਦਾ ਪੁੱਤਰ ਹੈ। ਠੀਕ ਹੈ ਜੀ, ਦੀ ਧੌਲ ਵਰਗੀ ਜਰਨ ਸ਼ਕਤੀ ਨੂੰ ਕਹਿ ਲਓ ਜੀ ਵਿਖਾਇਆ ਗਿਆ। ਇਹਦੇ ਵਿੱਚ ਵੇਖਦੇ ਹਾਂ ਉਹ ਜੋ ਬਾਪੂ ਦੀ ਕਹਿ ਲਓ ਜੀ ਧੌਲ ਵਰਗੀ ਭਾਵ ਜੋ ਉਹਦੀ ਸ਼ਕਤੀ ਆ ਉਹ ਆਪਾਂ ਕਹਾਣੀ ਦੇ ਰਾਹੀਂ ਵੇਖਦੇ ਹਾਂ ਜੀ। ਉਹਦੇ ਪੁੱਤਰ ਦੇ ਸ਼ਹੀਦ ਹੋਣ 'ਤੇ ਪੁੱਤਰ ਦਾ ਦੋਸਤ ਮਾਨ ਸਿੰਘ ਜੀ, ਠੀਕ ਹੈ ਜੀ, ਉਹਦੀ ਮੌਤ ਦੀ ਖਬਰ ਤੋਂ ਬੇਖਬਰ ਹੈ। ਉਹਨੂੰ ਪਤਾ ਨਹੀਂ ਕਿ ਉਹਦਾ ਪੁੱਤਰ ਸ਼ਹੀਦ ਹੋ ਗਿਆ, ਪਰ ਉਹਦੇ ਪਿਓ ਨੂੰ ਪਤਾ। ਮਹਿਮਾਨ ਵਜੋਂ ਆਉਂਦਾ ਜੀ ਜਦੋਂ ਮਾਨ ਸਿੰਘ ਆਪਣੇ ਦੋਸਤ ਦੀਆਂ ਫੌਜ ਵਿੱਚ ਕਹਿ ਲਓ ਜੀ ਗੱਲਾਂ ਕਰਦਾ ਗਾ, ਧੁੰਮਾਂ ਮਚਾਉਣ ਦੀ ਗੱਲ ਕਰਦਾ ਗਾ ਲੜਾਈ ਦੇ ਵਿੱਚ, ਤਾਂ ਉਸਦੇ ਪਿਤਾ ਦੇ ਦਿਲ ਵਿੱਚ ਦਾਤੀਆਂ ਵੱਜਦੀਆਂ ਨੇ, ਭਾਵ ਜੋ ਉਹਨੂੰ ਤਕਲੀਫ ਹੁੰਦੀ ਹੈ ਜੀ, ਕਿਉਂਕਿ ਉਹਨੂੰ ਪਤਾ ਕਿ ਹੁਣ ਉਹ ਸ਼ਹੀਦ ਹੋ ਗਿਆ। ਤਾਂ ਉਹਦੇ ਦੋਸਤ ਨੂੰ ਪਤਾ ਨਹੀਂ, ਮਾਨ ਸਿੰਘ ਨੂੰ, ਉਹਦੀਆਂ ਵਡਿਆਈਆਂ ਕਰ ਰਿਹਾ ਹੈਗਾ, ਕਿਸ ਤਰ੍ਹਾਂ ਉਹਨੇ ਲੜਾਈ ਦੇ ਵਿੱਚ ਕਹਿ ਲਓ ਜੀ ਵੱਧ ਤੋਂ ਵੱਧ ਯੋਗਦਾਨ ਪਾਇਆ, ਉਸ ਦੀਆਂ ਤਾਰੀਫਾਂ ਕਰ ਰਿਹਾ, ਉਸ ਨੂੰ ਬਿਆਨ ਕਰਦਾ। ਅਤੇ ਉਹਨੂੰ ਇਹ ਨਹੀਂ ਪਤਾ ਕਿ ਉਹ ਸ਼ਹੀਦ ਹੋ ਚੁੱਕਿਆ ਹੁਣ, ਤਾਂ ਉਸ ਚੀਜ਼ ਬਾਰੇ ਉਹ ਗੱਲਬਾਤ ਹੋ ਰਹੀ ਹੈ। ਉਹ ਘਰ ਆਏ ਮਹਿਮਾਨ ਦਾ ਸਵਾਗਤ ਵਿੱਚ ਕਿਸੇ ਕਿਸਮ ਦੀ ਫਿੱਕ ਨਹੀਂ ਪੈਣ ਦਿੰਦਾ, ਕਿਉਂਕਿ ਉਹ ਫਿਰ ਵੀ ਨਾਲੇ ਉਹਦਾ ਪੁੱਤਰ ਕਹਿ ਲਓ ਜੀ ਸ਼ਹੀਦ ਹੋ ਚੁੱਕਿਆ, ਫਿਰ ਵੀ ਉਹ ਉਹਦੇ ਕੋਈ ਕਮੀ ਨਹੀਂ ਆਉਣ ਦਿੰਦਾ। ਇਸ ਦੇ ਬਾਵਜੂਦ ਉਹ ਅਤੇ ਉਸ ਦਾ ਸਾਰਾ ਪਰਿਵਾਰ ਉਸ ਦੀ ਚੁੱਪ ਚਪੀਤੇ ਖਾਤਰਦਾਰੀ ਕਰੀ ਜਾਂਦੇ ਆ, ਕਿਉਂਕਿ ਉਹ ਉਹਦਾ ਦੋਸਤ ਹੈ। ਉਹਨਾਂ ਦੀ ਚੁੱਪ ਵਿੱਚ ਮਾਨ ਸਿੰਘ ਨੂੰ ਖੜਕਦੀ ਹੈ। ਫਿਰ ਕਿਤੇ ਨਾ ਕਿਤੇ ਉਹਨੂੰ ਚੁੱਪ ਜਿਹੜੀ ਹੈਗੀ ਮਾਨ ਸਿੰਘ ਨੂੰ ਫੀਲ ਹੁੰਦੀ ਹੈ। ਅਤੇ ਮਾਨ ਸਿੰਘ ਨੂੰ ਡਾਕੀਏ ਦੇ ਆਉਣ 'ਤੇ ਜਦੋਂ ਸੱਚਾਈ ਦਾ ਪਤਾ ਲੱਗਦਾ ਹੈ ਤਾਂ ਉਹ ਉਸ ਨੂੰ ਉਹਦਾ ਪਿਤਾ ਮਤਲਬ ਬਾਪੂ ਜੋ ਹੈਗਾ ਜੀ ਕਰਮ ਸਿੰਘ ਦਾ ਧਰਤੀ ਹੇਠਲੇ ਬਲਦ ਨਾਲ ਕਹਿ ਲਓ ਜੀ ਤੁਲਨਾ ਕਰਦਾ ਕਿ ਉਹਦੇ ਵਰਗਾ ਲੱਗਦਾ ਉਸ ਨੂੰ, ਜਿਸ ਨੇ ਸਾਰੀ ਧਰਤੀ ਦਾ ਭਾਰ ਆਪਣੇ ਸਿੰਗਾਂ ਦੇ ਉੱਪਰ ਚੁੱਕਿਆ ਹੋਇਆ। ਕਿ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜੀ ਜਿਹੜਾ ਬਾਪੂ ਹੈ ਉਸ ਨੂੰ ਆਪਣੇ ਪੁੱਤਰ ਦੇ ਸ਼ਹੀਦ ਹੋ ਜਾਣ ਦੀ, ਭਾਵ ਪਿਓ ਦੇ ਹੁੰਦਿਆਂ ਪੁੱਤਰ ਦਾ ਸ਼ਹੀਦ ਹੋ ਜਾਣਾ ਕਿੰਨੇ ਦੁੱਖ ਦੀ ਗੱਲ ਹੈ। ਤਾਂ ਉਹਦਾ ਇੱਕ ਦੋਸਤ ਆਉਂਦਾ ਮਾਨ ਸਿੰਘ, ਘਰ ਵਿੱਚ ਆ ਕੇ ਜੀ ਉਸਦੇ ਪੁੱਤਰ ਦੀਆਂ ਗੱਲਾਂ ਕਰਨਾ, ਤਾਂ ਪਿਓ ਨੂੰ ਕਿੰਨੀ ਤਕਲੀਫ ਹੋਏਗੀ ਉਸ ਨੂੰ ਉਹ ਕਹਾਣੀ ਦੇ ਵਿੱਚ ਬਿਆਨ ਕੀਤਾ ਗਾ, ਕਿਵੇਂ ਉਹਦੀਆਂ ਉਹ ਗੱਲਾਂ ਕਰ ਰਿਹਾ ਜੀ ਮਾਨ ਸਿੰਘ, ਪਰ ਉਹਨੂੰ ਨਹੀਂ ਪਤਾ ਉਹਦੇ ਦੋਸਤ ਨੂੰ ਕਿ ਉਹ ਤਾਂ ਹੁਣ ਸ਼ਹੀਦ ਹੋ ਚੁੱਕਿਆ। ਠੀਕ ਹੈ, ਫਿਰ ਵੀ ਪਰਿਵਾਰ ਉਹਦਾ ਚੁੱਪ ਚਪੀਤੇ ਉਹਨੂੰ ਬਿਨਾਂ ਦੱਸੇ ਮਾਨ ਸਿੰਘ ਦੀ ਸੇਵਾ ਕਰਦੇ ਆ। ਦੇਖੋ ਜੀ ਕਿੰਨੀ ਤਕਲੀਫ ਹੋਏਗੀ ਉਹਨਾਂ ਨੂੰ। ਤਾਂ ਉਹ ਜਿਹੜਾ ਅਹਿਸਾਸ ਹੈ, ਮਨੋਭਾਵ ਨੇ ਉਹ ਇਹਦੇ ਵਿੱਚ ਪੇਸ਼ ਕੀਤੇ ਨੇ।
ਤਾਂ ਉਸ ਤੋਂ ਬਾਅਦ ਜੀ ਜਦੋਂ ਉਹ ਡਾਕੀਏ ਤੋਂ ਪਤਾ ਲੱਗਦਾ ਤਾਂ ਫਿਰ ਉਸ ਨੂੰ ਜਿਹੜਾ ਬਾਪੂ ਦਾ ਇੱਕ ਕਿਰਦਾਰ ਹੈ, ਕਹਿ ਲਓ ਜੀ, ਉਸ ਇਨਸਾਨ ਦੇ ਵਾਂਗ ਲੱਗਦਾ ਜੀ। ਧਰਤੀ ਹੇਠਲਾ ਜੋ ਬਲਦ ਜੀ ਕਹਿੰਦੇ ਜੀ ਇਹਦੇ 'ਤੇ ਧਰਤੀ ਸਾਰੀ ਟਿਕੀ ਹੋਈ ਹੈ। ਇੱਕ ਮੰਨਿਆ ਜਾਂਦਾ ਕਿ ਧਰਤੀ ਦਾ ਭਾਰ ਬਲਦ ਦੇ ਸਿੰਗਾਂ 'ਤੇ ਹੈ, ਉਹ ਬਲਦ ਦੀ ਚੱਕੀ ਹੋਈ ਸਾਰੇ ਧਰਤੀ ਦਾ ਭਾਰ। ਇਸ ਤਰ੍ਹਾਂ ਕਹਾਣੀ ਵਿੱਚ ਵੇਖਣ ਨੂੰ ਮਿਲਦਾ ਕਿ ਉਹ ਬਾਪੂ ਜਿਹੜਾ ਕਰਮ ਸਿੰਘ ਦਾ ਪਿਤਾ, ਕਿ ਉਹ ਵੀ ਕਹਿ ਲਓ ਜੀ ਆਪਦੇ ਸਾਰੇ ਦੁੱਖਾਂ ਦਾ ਭਾਰ ਆਪਦੇ ਸਿਰ 'ਤੇ ਚੱਕਿਆ ਹੋਇਆ ਗਾ। ਇਹ ਇਸ ਤਰ੍ਹਾਂ ਦੀ ਕਹਾਣੀ ਹੈ ਜੀ। ਵਿਰਕ ਨੂੰ ਜੋ ਸਨਮਾਨ ਮਿਲੇ ਨੇ ਜੀ ਉਹਨਾਂ ਦਾ ਆਪਾਂ ਜ਼ਿਕਰ ਕਰ ਲਿਆ ਜੀ। ਭਾਸ਼ਾ ਵਿਭਾਗ ਨੇ, ਪੰਜਾਬ ਨੇ ਦਿੱਤਾ ਜੀ। ਦੁੱਧਾ ਛੱਪੜ ਲਈ, ਸਾਹਿਤ ਅਕਾਦਮੀ ਲਈ, ਨਵੇਂ ਲੋਕ ਲਈ ਦਿੱਤਾ ਜੀ ਉਹਨਾਂ ਨੂੰ। ਇਸ ਤੋਂ ਇਲਾਵਾ ਜੀ ਉਹਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਉਹਨਾਂ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਇਨਾਮ, ਇਹ 3 ਇਨਾਮ ਉਹਨਾਂ ਨੂੰ ਮਿਲੇ ਹੋਏ ਨੇ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਗਾ। ਧੰਨਵਾਦ ਜੀ ਵੀਡੀਓ ਨੂੰ ਵੇਖਣ ਲਈ। ਅਤੇ ਇਸ ਤੋਂ ਇਲਾਵਾ ਜੀ ਜਾਂ ਕਿਸੇ ਨੇ ਮਾਸਟਰ ਕੈਡਰ ਦੀਆਂ ਕਲਾਸਾਂ ਨੂੰ ਜੁਆਇਨ ਕਰਨਾ ਜੀ, ਪੰਜਾਬੀ ਦੀਆਂ, ਉਹ ਚੱਲ ਰਹੀਆਂ ਨੇ। ਇਸ ਤੋਂ ਇਲਾਵਾ ਨੈੱਟ ਦੀਆਂ, ਉਹ ਤੁਸੀਂ WhatsApp ਗਰੁੱਪ ਨੇ ਜੀ ਉਹਨਾਂ ਨੂੰ ਜੁਆਇਨ ਕਰ ਸਕਦੇ ਹੋ। ਔਨਲਾਈਨ ਕਲਾਸਾਂ ਚੱਲਦੀਆਂ ਨੇ। ਤਾਂ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਜੀ ਆਪਣੀ ਜੋ ਵੈਬਸਾਈਟ ਹੈ ਧਾਲੀਵਾਲclasses.com 'ਤੇ ਜਾ ਸਕਦੇ ਹੋ। ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ, ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ ਕਿ ਜੋ ਜਾਣਕਾਰੀ ਆਪਾਂ ਵਧੀਆ ਤਰੀਕੇ ਨਾਲ ਪੜ੍ਹਾ ਰਹੇ ਹਾਂ। ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ, ਤਾਂ ਜਿਸ ਦੇ ਨਾਲ ਤੁਹਾਡੇ ਤੇ ਕੋਲ ਜੋ ਵੀਡੀਓ ਆਉਂਦੀ ਹੈ ਜੀ ਸਮੇਂ ਸਿਰ ਪਹੁੰਚਦੀ ਹੋ ਸਕੇ ਜੀ। ਮਿਲਦੇ ਹਾਂ ਜੀ ਅਗਲੀ, ਕਹਿ ਲਓ ਜੀ, ਕਹਾਣੀਕਾਰ ਦੀ ਵੀਡੀਓ ਲੈ ਕੇ, ਕਹਾਣੀਕਾਰ ਦੇ ਬਾਰੇ ਚਰਚਾ ਕਰਦੀ ਹੋਈ ਵੀਡੀਓ ਲੈ ਕੇ। ਮਿਲਦੇ ਹਾਂ ਜੀ ਅਗਲੀ ਵੀਡੀਓ 'ਚ। ਧੰਨਵਾਦ ਜੀ।